ਕਿਰਪਾ ਮਹਿ ਰਹਿਮਤ ਵਰਤਾਈ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਹਾਜ਼ਰੀਆਂ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜੰਦੇ ਨੂੰ ਠਾਰਦਿਆਂ ਹੋਇਆ ਮੇਰੇ ਪਾਤਸ਼ਾਹ ਭਾਈ ਮਰਦਾਨੇ ਦਾ ਧਰਮ ਦੂਰ ਜਿਹੜਾ ਹੈ ਉਹ ਕਰ ਰਹੇ ਸਨ। ਭਾਈ ਮਰਦਾਨੇ ਨੇ ਮਨ ਦੇ ਅੰਦਰ ਧਨ ਦੌਲਤ ਅਤੇ ਆਪਣੀ ਪੂਜਾ ਕਰਨ ਦਾ ਨੀਚੇ ਜਿਹੜਾ ਹੈ ਲਿਆਉਣਾ ਕੀਤਾ। ਪਾਤਸ਼ਾਹ ਜੀ ਨੇ ਉਸ ਨਗਰ ਦੇ ਵਿੱਚ ਇਹਨੂੰ ਪਹੁੰਚਾ ਦਿੱਤਾ। ਬਹੁਤ ਕੁਝ ਮਿਲਿਆ, ਪਾਤਸ਼ਾਹ ਜੀ ਦੇ ਅੱਗੇ ਆ ਕੇ ਰੱਖ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਰਦਾਨਿਆ, ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਫਾਇਦਾ ਜੋ ਹੈ ਉਹ ਨਾਮ ਦਾ ਹੈ। ਇਹਨਾਂ ਨੂੰ ਗਰੀਬਿਆਂ ਦੇ ਵਿੱਚ ਜਿਹੜਾ ਹੈ ਉਹ ਵੰਡਦੇ। ਭਾਈ ਮਰਦਾਨਾ ਆਪਣੇ ਕੀਤੇ ਕਰਮ ਕਰਕੇ ਸ਼ਰਮਸ਼ਾਰ ਹੋਇਆ। ਉਹ ਸਾਰਾ ਧਨ ਦੌਲਤ ਜਿਹੜਾ ਹੈ ਗਰੀਬਾਂ ਦੇ ਜਿਹੜਾ ਹੈ ਪਾਤਸ਼ਾਹ ਨੇ ਉਹ ਭਾਈ ਮਰਦਾਨੇ ਦੇ ਕੋਲੋਂ ਵੰਡਾ ਦਿੱਤਾ। ਉਪਰੰਤ ਅਗਾਂਹ ਚੱਲਦੇ ਹਨ ਤੇ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਵੱਖਰੀ ਵੇਸ਼ ਭੂਸ਼ਾ ਆਪਣੀ ਬਣਾਈ ਹੈ। ਮੱਥੇ ਦੇ ਉੱਤੇ ਤਿਲਕ ਲਾਇਆ ਹੈ, ਗਲ ਦੇ ਵਿੱਚ ਬੜੀ ਵੱਡੀ ਮਾਲਾ ਪਾਈ ਹੈ। ਅੱਧਾ ਸਰੀਰ ਜਿਹੜਾ ਹੈ ਭਗਵੇ ਕੱਪੜੇ ਦੇ ਨਾਲ ਢੱਕਿਆ ਹੈ ਤੇ ਅੱਧਾ ਸਰੀਰ ਜਿਹੜਾ ਹੈ ਨੀਲੇ ਕੱਪੜੇ ਦੇ ਨਾਲ ਢੱਕਿਆ ਹੋਇਆ ਹੈ। ਇੱਕ ਪੈਰ ਦੇ ਵਿੱਚ ਖੋਸਾ ਪਾਇਆ ਹੈ, ਤਿੱਲੇਦਾਰ ਜੁੱਤੀ, ਤੇ ਦੂਸਰੇ ਪੈਰ ਦੇ ਵਿੱਚ ਜਿਹੜੀ ਹੈ ਧੰਨ ਗੁਰੂ ਨਾਨਕ ਨੇ ਖੜਾਮ ਜਿਹੜੀ ਹੈ ਉਹ ਪਾਈ ਹੋਈ ਹੈ ਤੇ ਨਿਰਮਲੇ ਮਤ ਦੀ ਜਿਹੜੀ ਦਸਤਾਰ ਹੈ ਉਹ ਸਿਰ ਦੇ ਉੱਤੇ ਸਜਾਈ ਹੋਈ ਹੈ। ਕੋਈ ਹਿੰਦੂ ਰਾਜ ਦੇ ਮਿਲ ਜਾਵੇ ਉਹਦੇ ਮੁਤਲਕ ਜਿਹੜਾ ਹੈ ਉਪਦੇਸ਼ ਬਖਸ਼ਦੇ ਹਨ। ਕੋਈ ਤੁਰਕ ਮਿਲ ਜਾਵੇ ਉਹਨੂੰ ਜਿਹੜਾ ਹੈ ਉਹਦੇ ਮੁਤਲਕ ਉਹਦੇ ਧਰਮ ਗ੍ਰੰਥਾਂ ਤੋਂ ਜਿਹੜਾ ਹੈ ਉਹਦੀ ਨਿਵਰਤੀ ਕਰ ਰਹੇ ਨੇ। ਇਸ ਤਰ੍ਹਾਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਰ ਇੱਕ ਦੀ ਫਰਿਆਦ ਨੂੰ ਸੁਣਦਿਆਂ ਹੋਇਆ ਜਿਹੜੇ ਕਿ ਤੁਰਦੇ ਜਾ ਰਹੇ ਨੇ, ਕਿੱਥੇ ਪੁੱਜ ਰਹੇ ਨੇ। ਆਓ ਇਹ ਪਾਵਨ ਪਵਿੱਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਅੱਗੇ ਜਿਹੜਾ ਹੈ ਵਰਣਨ ਕਰੀਏ। ਦਿਓ ਸੀਸ ਵਿਚਾਰਨ ਦੀ ਬਾਦਤਾ ਤੋਂ ਪਹਿਲਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਿਰਪਾ ਹੋ ਸਤਿਨਾਮ ਸ੍ਰੀ ਵਾਹਿਗੁਰੂ। ਚੌਪਈ ਸ੍ਰੀ ਅੰਗਦ ਸ੍ਰੇਸ਼ਟ ਗੁਣ ਖਾਨੀ। ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਇਹ ਪਾਵਨ ਪਵਿੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਿਰਤਾਂਤ ਸੁਣਾ ਰਹੇ ਨੇ। ਖਡੂਰ ਸਾਹਿਬ ਜੀ ਦੀ ਧਰਤੀ ਹੈ, ਮੱਲ ਅਖਾੜਾ ਗੁਰਦੁਆਰਾ ਸਾਹਿਬ ਜਿੱਥੇ ਹੈ, ਉੱਥੇ ਸ਼ਾਮਾਂ ਦੇ ਦੀਵਾਨਾਂ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਹੁਣਾਂ ਦੇ ਕੋਲੋਂ ਇਹ ਪਾਵਨ ਪਵਿੱਤਰ ਜੀਵਨ ਸੁਣਦੇ ਹਨ। ਤੇ ਹੁਣ ਭਾਈ ਬਾਲਾ ਜੀ ਕਹਿ ਰਹੇ ਨੇ, ਹੇ ਗੁਣਾਂ ਦੀ ਖਾਨ ਸ੍ਰੇਸ਼ਟ ਮਤ ਵਾਲੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਸੁੰਦਰ ਕਥਾ ਸੁਣੋ ਸੁਖਦਾਨੀ। ਆਪ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੁੰਦਰ ਕਥਾ, ਪਾਵਨ ਪਵਿੱਤਰ ਜੀਵਨ ਜਿਹੜਾ ਗੁਣਾਂ ਦੇ ਨਾਲ ਭਰਿਆ ਹੋਇਆ ਹੈ ਉਹ ਸਰਵਨ ਕਰੋ ਜੀ। ਵਿਚਰਤ ਬਹੁਰ ਵੇਖਿਆ ਸਤਾਰ ਕੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਂਦੇ ਇਸ ਤਰ੍ਹਾਂ ਜਿਹੜਾ ਵੇਸ਼ ਭੂਸ਼ਾ ਦਰਸਾਈ ਹੈ ਉਸ ਵੇਸ਼ ਭੂਸ਼ਾ ਦੇ ਅੰਦਰ ਹੀ ਤੁਰਦਿਆਂ ਤੁਰਦਿਆਂ ਜਿਹੜਾ ਹੈ ਸੰਸਾਰ ਦਾ ਗਮਨ ਕਰ ਰਹੇ ਹਨ ਜੀ। ਲੋਕਨ ਕੋ ਕਲਿਆਣ ਵਿਚਰ ਕੇ। ਇਹ ਭੂਸ਼ਾ ਇਸ ਕਰਕੇ ਬਣਾਈ ਹੈ ਕਿ ਲੋਕਾਂ ਦੀ ਕਲਿਆਣਤਾ ਕਰਨੀ ਹੈ। ਕੋਈ ਇਹ ਨਹੀਂ ਸੀ ਕਹਿ ਸਕਦਾ ਇਹ ਨਿਰਮਲੇ ਮਤ ਦੇ ਵਿੱਚੋਂ ਹਨ, ਇਹ ਹਿੰਦੂ ਮਤ ਦੇ ਵਿੱਚੋਂ ਹਨ, ਇਹ ਸੰਨਿਆਸੀ ਮਤ ਦੇ ਵਿੱਚੋਂ ਹਨ, ਜਾਂ ਇਹ ਇਸਲਾਮ ਧਰਮ ਦੇ ਮਤ ਦੇ ਵਿੱਚੋਂ ਹਨ। ਵੇਸ਼ ਭੂਸ਼ਾ ਹੀ ਐਸੋ ਜੀ ਕਿ ਉਪਦੇਸ਼ ਚਹੁ ਵਰਨਾ ਕੋ ਸਾਂਝਾ,
ਜਗਤ ਦੀ ਕਲਿਆਣਤਾ ਵਾਸਤੇ ਬਣਾਇਆ ਹੈ ਜੀ। ਰਾਮਤ ਕਰਤੇ ਸਹਿਜ ਸੁਭਾਏ। ਰਮਤ ਦੇ ਅਰਥ ਹਨ ਗੁਰ ਕੀ ਸੰਗਤ ਜੀ, ਤੁਰਨਾ। ਸਹਿਜ ਹੌਲੀ ਹੌਲੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਰਮਤ ਕਰ ਰਹੇ ਨੇ, ਤੁਰ ਰਹੇ ਨੇ। ਜਦੋਂ ਆਪ ਜੀ ਸੰਨਿਆਸੀ ਮੱਤ, ਨਿਰਮਲੇ ਮੱਤ, ਨਿਹੰਗ ਸਿੰਘ ਅਤੇ ਦਮਦਮੀ ਟਕਸਾਲ, ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪੰਥ ਚਲਾਏ, ਉਹਨਾਂ ਦੇ ਵਿੱਚੋਂ ਸੰਨਿਆਸੀ ਵੀ ਜਿਹੜੇ ਉਪਜ ਖਲੋਤੇ, ਨਿਰਮਲੇ ਵੀ ਖਲੋਤੇ, ਤੇ ਅਗਾਂਹ ਚੱਲ ਕੇ ਜਿਹੜੇ ਨਿਹੰਗਾ ਸਿੰਘਾਂ ਦਾ ਵੀ ਜਿਹੜਾ ਹੈ ਦਬਦਬਾ ਰਿਹਾ, ਤੇ ਫਿਰ ਦਮਦਮੀ ਟਕਸਾਲ ਵੀ ਜਿਹੜੀ ਹੈ ਹੋਂਦ ਦੇ ਵਿੱਚ ਆਈ। ਹੁਣ ਇਹਨਾਂ ਚਾਰਾਂ ਦਾ ਇੱਕ ਮਤ ਸੀ ਕਿ ਜਿਹੜੇ ਦਮਦਮੀ ਟਕਸਾਲ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਉਪਰੰਤ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ, ਇੱਥੋਂ ਤੱਕ ਇਹ ਟਕਸਾਲ ਜਿਹੜੀ ਸੀ ਉਹ ਥਾਂ ਥਾਂ 'ਤੇ ਜਾ ਕੇ ਡੇਰੇ ਲਾਉਂਦੀ ਸੀ, ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣੀ, ਗੁਰਮੁਖ ਪਿਆਰਿਆਂ ਨੂੰ ਜਿਹੜਾ ਹੈ ਗੁਰਬਾਣੀ ਸੰਥਿਆ ਦੇਣੀ, ਦੀਵਾਨ ਸਜਣੇ, ਕੀਰਤਨ ਹੋਣਾ, ਕਥਾ ਕਰਨੀ। ਇਸੇ ਤਰ੍ਹਾਂ ਅੱਜ ਵੀ ਨਿਹੰਗ ਸਿੰਘ ਜਿਹੜੇ ਨੇ ਉਹ ਇੱਕ ਥਾਂ 'ਤੇ ਨਹੀਂ ਬੈਠਦੇ, ਥਾਂ ਥਾਂ ਜਾ ਕੇ ਜਿਹੜੇ ਨੇ ਉਹ ਡੇਰੇ ਲਾਉਂਦੇ ਨੇ। ਹਾਲਾਂਕਿ ਇਹਨਾਂ ਦੇ ਪ੍ਰਬੰਧ ਦੇ ਵਿੱਚ ਵੀ ਕਾਫੀ ਨਿਵਾਨਤਾ ਹੀ ਆ ਗਈ ਹੈ। ਜਿੱਦਾਂ ਦਾ ਸੰਕਲਪ ਲੈ ਕੇ ਤੁਰੇ ਸਨ, ਉੱਦਾਂ ਦਾ ਅੱਜ ਉਹ ਸੰਕਲਪ ਨਹੀਂ ਰਿਹਾ। ਇਹ ਇਸ ਤਰ੍ਹਾਂ ਵੀ ਕਈ ਵਾਰ ਲੱਗਦੇ ਨੇ ਸਾਨੂੰ ਕਿ ਇਹ ਦਰ ਦਰ 'ਤੇ ਮੰਗਣ ਵਾਲੇ ਵੀ ਬਣ ਚੁੱਕੇ ਹਨ। ਮਾਫ਼ ਕਰਨਾ, ਪਿੱਛੇ ਰਹਿ ਗਏ ਸੰਨਿਆਸੀ ਤੇ ਨਿਰਮਲੇ। ਸੰਨਿਆਸੀ ਤੇ ਜਿਹੜੇ ਨਿਰਮਲੇ ਸਨ, ਇਹ ਸਾਧੂ, ਇਹ ਵੀ ਆਪਣੇ 100 ਜਾਣਿਆਂ ਦੇ ਟੋਲੇ ਬਣਾ ਕਰਕੇ, ਇੱਕ ਟੋਲੇ ਦੇ ਵਿੱਚ, ਇੱਕ ਜਥੇ ਦੇ ਵਿੱਚ 100 ਨਿਰਮਲਾ ਜਾਂ ਸੰਨਿਆਸੀ ਸਾਧੂਆਂ ਦਾ ਟੋਲਾ ਹੋਣਾ। ਇਹਨਾਂ ਨੇ ਗੱਡਿਆਂ ਦੇ ਉੱਤੇ ਸਫ਼ਰ ਕਰਨੇ ਤੇ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਪੋਥੀਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਨਾਲ ਰੱਖਣੇ, ਤੇ ਥਾਂ ਥਾਂ ਜਾ ਕੇ ਜਿਹੜੇ ਨੇ ਇਹਨਾਂ ਨੇ ਧਰਮ ਦੇ ਪ੍ਰਚਾਰ ਵਾਸਤੇ ਜਿਹੜੇ ਨੇ ਆਪਣੇ ਦੀਵਾਨ ਲਾਉਣੇ। ਪਰ ਬਹੁਤ ਸਮਾਂ ਅਗਾਂਹ ਚੱਲ ਕੇ ਅੱਜ ਵੀ ਤੁਸੀਂ ਦੇਖੋ, ਇਹ ਨਿਰਮਲਿਆਂ ਦੇ ਜਿਹੜੀ ਹੈ ਉਹ ਇਹਨੂੰ ਕਹਿੰਦੇ ਸਨ ਰਮਤੇ, ਭਾਵ ਰਮਣਾ, ਥਾਂ ਥਾਂ ਜਾ ਕੇ ਜਿਹੜੇ ਨੇ ਡੇਰੇ ਲਾਉਣੇ ਤੇ ਹੌਲੀ ਹੌਲੀ ਡੇਰਾ ਗਾਂ ਅਕੂਚ ਕਰੀ ਜਾਣ। ਇਹ ਰਮਤੇ ਕਰਦੇ ਸਨ ਇੱਕ ਥਾਂ ਤੋਂ ਦੂਜੀ ਥਾਂ 'ਤੇ। ਅੱਜ ਸੰਨਿਆਸੀ ਮੱਤ ਦੇ ਵਿੱਚ ਵੀ ਇਹ ਜਿਹੜਾ ਪ੍ਰਕਰਨ ਖਤਮ ਹੋ ਚੁੱਕਾ ਹੈ, ਤੇ ਨਿਰਮਲੇ ਮੱਤ ਦੇ ਵਿੱਚ ਵੀ ਜਿਹੜਾ ਹੈ ਉਹ ਪ੍ਰਕਰਨ ਖਤਮ ਹੋ ਚੁੱਕਾ ਹੈ। ਥਾਂ ਥਾਂ ਜਾ ਕੇ ਕੋਈ ਨਹੀਂ ਜਾਂਦਾ। ਹੁਣ ਇੱਕੋ ਹੀ ਥਾਂ 'ਤੇ ਇਹਨਾਂ ਨੇ ਆਪਣੇ ਜਿਹੜੇ ਨੇ ਉਹ ਡੇਰੇ ਜਿਹੜੇ ਨੇ ਉਹ ਕਾਇਮ ਕਰ ਲਏ ਨੇ। ਉਹਨੂੰ ਕਹਿੰਦੇ ਸਨ ਰਮਤੇ, ਭਾਵ ਰਮਣਾ, ਥਾਂ ਥਾਂ 'ਤੇ ਜਾ ਕੇ ਆਪਣਾ ਜਿਹੜਾ ਹੈ ਉਪਦੇਸ਼ ਜਿਹੜਾ ਹੈ ਦੇਣਾ, ਰਮਤ ਕਰਕੇ। ਉਹ ਇੱਥੇ ਰਮਤ ਅਲਫਾਜ਼ ਆਇਆ, ਤਾਂ ਕਰਕੇ ਆਪ ਜੀ ਦੇ ਨਾਲ ਇਹ ਬਚਨ ਸਾਂਝੇ ਕੀਤੇ ਹਨ। ਕਵੀ ਰਾਜ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਮਤ ਕਰਤੇ ਸਹਿਜ ਸੁਭਾਏ। ਪਾਤਸ਼ਾਹ ਹੌਲੀ ਹੌਲੀ ਰਮਦਿਆਂ ਹੋਇਆਂ ਅੱਗੇ ਚੱਲ ਰਹੇ ਹਨ ਜੀ। ਲਵਪੁਰ ਮਾਹੀ ਚੱਲ ਕਰ ਆਏ। ਲਵਪੁਰ ਦੇ ਅਰਥ ਹਨ ਲਾਹੌਰ। ਲਾਹੌਰ ਸ਼ਹਿਰ ਜੋ ਅੱਜ ਪਾਕਿਸਤਾਨ ਦੇ ਵਿੱਚ ਹੈ। ਪਾਤਸ਼ਾਹ ਇਸ ਲਵਪੁਰ ਦੇਸ਼ ਦੇ ਵਿੱਚ ਜਿਹੜੇ ਨੇ ਪਹੁੰਚਣਾ ਕਰਦੇ ਹਨ ਜੀ। ਤੇ ਉਸ ਲਾਹੌਰ ਦੇ ਵਿੱਚ ਇੱਕ ਕਸਾਈ ਪੁਣਾ ਸੀ, ਜਿਹਨੂੰ ਆਪਾਂ ਬੁੱਚੜਖਾਨਾ ਕਹਿ ਦਿੰਦੇ ਹਾਂ। ਉੱਥੇ ਪੁੱਜਣਾ ਕਰਦੇ ਹਨ ਜੀ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਉਹ ਕਸਾਈਖਾਨਾ ਦੇਖਿਆ, ਬੁੱਚੜਖਾਨਾ ਦੇਖਿਆ ਹੈ, ਉੱਥੇ ਖਲੋ ਗਏ ਹਨ ਜੀ। ਗੋਬਦ ਮਹਾਪਾਪ ਅਵਲੋਕਾ। ਗੋਬਦ ਕਹਿੰਦੇ ਨੇ ਗਾਈ ਨੂੰ ਮਾਰਨਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਂਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਖਲੋਤੇ ਤੇ ਉੱਥੇ ਬੁੱਚੜਖਾਨੇ ਦੇ ਵਿੱਚ ਕੀ ਹੋ ਰਿਹਾ ਸੀ? ਗੋਬਦ ਮਹਾ ਪਾਪ ਅਵਲੋਕਾ। ਗਾਈਆਂ ਨੂੰ ਮਾਰਨ ਦਾ ਜਿਹੜਾ ਸੀ ਉਹ ਪਾਪ, ਬੜਾ ਵੱਡਾ ਪਾਪ ਜਿਹੜਾ ਸੀ ਉੱਥੇ ਹੋ ਰਿਹਾ ਸੀ।
ਇੱਥੇ ਹੁਣ ਜਿਹੜਾ ਗਰੀਬੜਾ ਮਨੁੱਖ ਹੈ ਨਾ, ਉਹਨੂੰ ਗਾਈ ਦੇ ਸਮਾਨ ਜਿਹੜਾ ਹੈ ਉਹ ਰੱਖਿਆ ਗਿਆ ਹੈ। ਧਿਆਨ ਦੇ ਨਾਲ ਬਾਬਰ ਦਾ ਜਦੋਂ ਚੌਥਾ ਹਮਲਾ ਹੁੰਦਾ ਹੈ ਹਿੰਦੁਸਤਾਨ ਦੇ ਉੱਤੇ, ਤੇ ਉਦੋਂ ਲਾਹੌਰ ਦੇ ਅੰਦਰ ਜਿਹੜਾ ਕਹਿਰ ਵਾਪਰਿਆ ਹੈ, ਇਹ ਉਹਦਾ ਜਿਹੜਾ ਦ੍ਰਿਸ਼ਟਾਂਤ ਹੈ। ਅੱਗੇ ਚੱਲ ਕੇ ਆਪ ਜੀ ਬਾਣੀ ਦੀ ਪੰਕਤੀ ਵੀ ਸੁਣੋਗੇ। ਉਹ ਦ੍ਰਿਸ਼ਟਾਂਤ ਆ ਰਿਹਾ ਹੈ ਕਿ ਬਾਬਰ ਨੇ ਜੋ ਉੱਥੇ ਕਹਿਰ ਕਮਾਇਆ ਉਹ ਇਸ ਤਰ੍ਹਾਂ ਸੀ ਜਿੱਦਾਂ ਗਰੀਬੜਿਆਂ ਦੇ ਉੱਤੇ ਉਹਨੇ ਗਰੀਬੜਿਆਂ ਨੂੰ ਕੋਹ ਕੇ ਮਾਰਿਆ। ਉੱਥੇ ਕਿਸੇ ਦਾ ਨਹੀਂ ਕੁਝ ਜਿਹੜਾ ਹੈ ਰਹਿਣ ਦਿੱਤਾ, ਤੇ ਕਿਸੇ ਦੀ ਇੱਕ ਵੀ ਗੱਲ ਜਿਹੜੀ ਹੈ ਮੰਨੀ ਨਹੀਂ। ਇਸ ਤਰ੍ਹਾਂ ਮੰਨ ਲਓ ਜਿਸ ਤਰ੍ਹਾਂ ਇੱਕ ਗਾਂ ਦੀ ਹੱਤਿਆ ਹੁੰਦੀ ਹੈ, ਤੇ ਗਾਂ ਨੂੰ ਜਿਹੜਾ ਹੈ ਮਾਸੂਮ ਗਾਂ ਨੂੰ ਜਿਹੜਾ ਹੈ ਉਹ ਹਲਕੇ ਭਾਰ ਦੇ ਵਿੱਚ ਜਿਹੜਾ ਹੈ ਰੱਖਿਆ ਜਾਂਦਾ ਹੈ, ਭਾਵ ਗਰੀਬੜੀ ਹੈ ਗਾਂ। ਇਸੇ ਤਰ੍ਹਾਂ ਬਲ ਤੋਂ ਹੀਣੇ ਮਨੁੱਖ ਜਿਹੜੇ ਗਰੀਬੜੇ ਸਨ, ਜਿਹੜੇ ਲਾਚਾਰ ਸਨ, ਜਦੋਂ ਬਾਬਰ ਨੇ ਚੌਥਾ ਹਮਲਾ ਕੀਤਾ ਹਿੰਦੁਸਤਾਨ ਦੇ ਉੱਤੇ, ਤੇ ਸਭ ਤੋਂ ਘਾੜ ਉਹਨੇ ਲਾਹੌਰ ਦੀ ਧਰਤੀ ਦੇ ਉੱਤੇ ਆ ਕੇ ਕੀਤਾ ਸੀ। ਉਹ ਵਿਆਖਿਆ ਇੱਥੇ ਜਿਹੜੀ ਹੈ ਆ ਰਹੀ ਹੈ ਜੀ। ਤੁਰਕ ਤਾਪ ਲੱਖ ਰਿਸ ਰੋਕਾ। ਤੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਪਏ ਨੇ ਕਿ ਇਹ ਤੁਰਕ ਜਿਹੜੇ ਸਨ, ਇਹ ਧੁਰ ਤੋਂ ਹੀ ਜਿਹੜੇ ਸਨ, ਇਹ ਆਪਣੇ ਜੀਵਨ ਦੇ ਵਿੱਚ ਇਹ ਕੁਝ ਜਿਹੜੇ ਸੀ ਅਪਣਾ ਕੇ ਚੱਲੇ ਸਨ। ਭਾਵ ਹੁਣ ਇਹਨਾਂ ਦਾ ਰਾਜ ਭਾਗ ਸੀ, ਤੇ ਤੁਰਕਾਂ ਨੂੰ ਰਾਜ ਭਾਗ ਜਿਹੜਾ ਅਕਾਲ ਪੁਰਖ ਵੱਲੋਂ ਇਹਨਾਂ ਦੇ ਕਰਮਾਂ ਕਰਕੇ ਮਿਲਿਆ ਹੋਇਆ ਸੀ ਜੀ। ਨਾ ਤਰ ਨਾਸ ਕਰਨੇ ਸਤਾਰੀ। ਪਾਤਸ਼ਾਹ ਜੀ ਚਾਹੁੰਦੇ ਤਾਂ ਇੱਕ ਹੀ ਫੁਰਨੇ ਦੇ ਵਿੱਚ ਇਹਨਾਂ ਦਾ ਸਰਵਨਾਸ਼ ਜਿਹੜਾ ਸੀ ਉਹ ਕਰ ਸਕਦੇ ਸਨ, ਪਰ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ, ਦੇਖੋ ਗੁਰੂ ਨਾਨਕ ਦੇ ਘਰ ਦੀ ਨਿਮਰਤਾ ਕੈਸੋ ਜੀ ਹੈ ਕਿ ਉਹਨਾਂ ਨੇ ਨਾ ਤੁਰ ਨਾਸ਼ ਕਰਨ ਇਛ ਧਾਰੀ। ਉਹਨਾਂ ਨੇ ਕਦੇ ਵੀ ਉਸ ਲਾਹੌਰ ਦੀ ਧਰਤੀ ਤੇ ਹੁਣ ਜਦੋਂ ਪੁੱਜਣਾ ਕੀਤੇ, ਇੰਨਾ ਪਾਪ ਹੋ ਰਿਹਾ ਹੈ, ਪਰ ਇਹ ਨਹੀਂ ਉਹਨਾਂ ਨੇ ਸੋਚਣਾ ਕੀਤਾ ਕਿ ਇਹਨਾਂ ਤੁਰਕਾਂ ਦਾ ਜਿਹੜਾ ਹੈ ਉਹ ਨਾਸ਼ ਕਰ ਦਿੱਤਾ ਜਾਵੇ, ਇਹਨਾਂ ਦੀ ਜਿਹੜੀ ਹੈ ਕੋਈ ਹਾਨੀ ਕਰ ਦਿੱਤੀ ਜਾਵੇ ਜੀ। ਸਦਬ ਕਰੋਧ ਸੋ ਗਿਰਾ ਉਚਾਰੀ। ਪਰ ਮਨ ਦੇ ਅੰਦਰ ਗਰੀਬੜਿਆਂ ਦੇ ਉੱਤੇ ਹੁੰਦਾ ਹੋਇਆ ਜ਼ੁਲਮ ਦੇਖ ਕਰਕੇ ਪਾਤਸ਼ਾਹ ਜੀ ਦੇ ਮਨ ਨੂੰ ਜਿਹੜਾ ਹੈ ਉਹ ਕਹਿ ਲਈਏ ਦੁੱਖ ਲੱਗਾ। ਇਸ ਕਰਕੇ ਮੇਰੇ ਪਾਤਸ਼ਾਹ ਜੀ ਨੇ ਨਾ ਉਸ ਸਮੇਂ ਬਾਣੀ ਜਿਹੜੀ ਹੈ ਉਚਾਰਨਾ ਕੀਤੀ ਹੈ ਜੀ। ਸ਼ਲੋਕ ਵਾਰਾਂ ਤੋਂ ਵਧਿਕ ਮਹੱਲਾ ਪਹਿਲਾ। ਇਹ ਪਾਵਨ ਪਵਿੱਤਰ ਬਚਨ ਵਾਰਾਂ ਦੇ ਵਧੇਕ ਜੋ ਸਰਲੇਖ ਹੈ ਗੁਰਬਾਣੀ ਦੇ ਅੰਦਰ, ਅੰਤਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਜਾ ਕਰਕੇ ਆਪ ਜੀ ਨੂੰ ਇਹ ਬਾਣੀ ਜਿਹੜੀ ਹੈ ਸ਼ਲੋਕਾਂ ਰੂਪ ਜਿਹੜੀ ਹੈ ਮਿਲੇਗੀ। ਰਾਗਾਂ ਤੋਂ ਰਹਿਤ ਬਾਣੀ ਹੈ, ਜੋ ਰਾਗਾਂ ਤੋਂ ਰਹਿਤ ਬਾਣੀ ਬਚ ਗਈ ਉਹਨੂੰ ਸ਼ਲੋਕ ਵਾਰਾਂ ਦੇ ਵਧੇਕ ਦਾ ਸਰਲੇਖ ਦੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਗੁਰੂ ਅੰਗਦ ਦੇਵ ਜੀ ਆਦਿਕ ਸਾਰੇ ਗੁਰੂ ਸਾਹਿਬਾਨਾਂ ਦੀ ਇੱਥੇ ਉਹ ਬਾਣੀ ਸ਼ਲੋਕ ਰੂਪ ਜਿਹੜੀ ਦਰਜ ਕੀਤੀ ਗਈ। ਹੁਣ ਜਿਹੜਾ ਇੱਥੇ ਸ਼ਲੋਕ ਆ ਰਿਹਾ ਹੈ ਇਹ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਹੈ ਜੀ। ਲਾਹੌਰ ਸ਼ਹਿਰ ਜਹਿਰ ਕਹਿਰ ਸਾਵਾ ਪਹਿਰ। ਇਹ ਪਾਵਨ ਪਵਿੱਤਰ ਪੰਕਤੀਆਂ ਬੜੀਆਂ ਮਸ਼ਹੂਰ ਹਨ ਤੇ ਆਮ ਕਰਕੇ ਹਰ ਇੱਕ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਜਿਹੜੀਆਂ ਨੇ ਉਹ ਵਸੀਆਂ ਹੋਈਆਂ ਨੇ। ਇਹਦੇ ਨਾਲ ਇੱਕ ਪਾਵਨ ਪੰਕਤੀ ਹੋਰ ਚੱਲਦੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ। ਇਹ ਪਹਿਲੀ ਪੰਕਤੀ ਹੈ, ਲਾਹੌਰ ਸ਼ਹਿਰ ਸਵਾ ਪਹਿਰ ਜ਼ਹਿਰ ਕਹਿਰ। ਤੇ ਉੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਇਹ ਜੋ ਅਲਫਾਜ਼ ਆਏ ਨੇ ਨਾ, ਇਹ ਬਾਬਰ ਦਾ ਜ਼ੁਲਮ ਜਿਹੜਾ ਹੋ ਰਿਹਾ ਹੈ ਉਹਨੂੰ ਤੱਕ ਕਰਕੇ ਮੇਰੇ ਪਾਤਸ਼ਾਹ ਨੇ ਜਿਹੜਾ ਸੀ ਇਹ ਕਹਿਣੇ ਕੀਤੇ ਸਨ। ਹੁੰਦਾ ਕੀ ਸੀ ਲਾਹੌਰ ਦੀ ਧਰਤੀ ਤੇ ਆਂਦੇ ਦਿਨ ਦਾ ਜਦੋਂ ਸਵਾ ਪਹਿਰ ਚੜ੍ਹਦਾ ਸੀ, ਭਾਵ ਦਿਨ ਦਾ ਢੁਕਾਓ ਹੁੰਦਾ ਸੀ, ਬੁੱਚੜਖਾਨੇ ਕਹਿ ਲਈਏ ਖੁੱਲ੍ਹ ਜਾਂਦੇ ਸਨ, ਤੇ ਉੱਥੇ ਦਿਨ ਦੇ 4 ਘੰਟੇ ਲਗਾਤਾਰ ਜਿਹੜਾ ਸੀ ਕਤਲੇ ਆਮ ਹੁੰਦਾ ਸੀ ਲਾਹੌਰ ਦੀ ਧਰਤੀ ਦੇ ਉੱਤੇ। ਗਰੀਬੜਿਆਂ ਦੇ ਉੱਤੇ ਜਿਹੜਾ ਸੀ ਉਹ ਜ਼ੁਲਮ ਢਾਇਆ ਜਾਂਦਾ ਸੀ। ਤੇ ਇਹ ਜਿਹੜਾ ਪਾਪ ਸੀ ਇੱਕ ਜ਼ਹਿਰ ਰੂਪ ਜਿਹੜਾ ਸੀ
ਉਹ ਜਰਵਾਣਾ ਜਿਹੜਾ ਸੀ ਕਰ ਰਿਹਾ ਸੀ। ਤੇ ਪਾਤਸ਼ਾਹ ਜੀ ਨੇ ਜਦੋਂ ਇਹ ਉੱਥੇ ਵਰਤਾਰਾ ਦੇਖਿਆ ਤੇ ਅਲਫਾਜ਼ ਉਚਾਰੇ ਨੇ, ਹੇ ਮਰਦਾਨਿਆਂ, ਇਹ ਜਿਹੜਾ ਲਾਹੌਰ ਸ਼ਹਿਰ ਹੈ ਨਾ, ਇਹ ਜ਼ਹਿਰ ਕਹਿਰ ਸਵਾ ਪਹਿਰ, ਇੱਥੇ ਜਿਹੜਾ ਹੈ ਉਹ ਜ਼ਹਿਰ ਰੂਪ ਜਿਹੜਾ ਹੈ ਕਹਿਰ ਵਰਤ ਰਿਹਾ ਹੈ। ਤੇ ਦਿਨ ਦੇ 4 ਘੰਟੇ ਰੋਜ਼ ਜਿਹੜਾ ਹੈ ਇੱਥੇ ਇਹ ਕਤਲੋਗਾਹ ਜਿਹੜੀ ਹੈ ਹੋ ਰਹੀ ਹੈ ਜੀ। ਚੌਪਾਈ ਅਸ ਕੇ ਬੋਲੇ ਬਚਨ ਬਹੋਰ। ਜਦੋਂ ਇੰਨੇ ਬਚਨ ਕਹਿ ਦਿੱਤੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੋਰ ਕੁਝ ਬਚਨ ਕਹਿਣੇ ਕੀਤੇ ਹਨ ਜੀ। ਸੁਣ ਬਾਲੇ ਅਬ ਤੁਰ ਕਨ ਜੋਰ। ਤੇ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਾਈ ਬਾਲਾ ਜੀ ਸੁਣੋ, ਇਸ ਸਮੇਂ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ, ਹੁਣ ਤੁਰਕਾਂ ਦਾ ਜਿਹੜਾ ਹੈ ਜ਼ੋਰ ਹੈ, ਤੁਰਕ ਬੜੇ ਬਲ ਦੇ ਵਿੱਚ ਹਨ ਜੀ। ਦਸਵਾਂ ਜਾਮਾ ਪਹਿਰੋ ਜਾਬਹੀ। ਤੇ ਇਹ ਭਵਿੱਖਤ ਬਚਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧਿਆਨ ਦੇਣਾ ਗੁਰੂ ਕੀ ਸੰਗਤ ਜੀ। ਕਹਿਣ ਲੱਗੇ ਹੁਣ ਤੇ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ, ਜੋ ਬਚਨ ਕਹਿਣੇ ਸੀ ਬਾਣੀ ਜਰੀਏ ਕਹਿ ਦਿੱਤੇ ਨੇ ਕਿ ਲਾਹੌਰ ਦੀ ਧਰਤੀ ਦੇ ਉੱਤੇ ਜਿਹੜਾ ਹੈ ਉਹ ਕਤਲੋਗਾਹ ਹੋ ਰਹੀ ਹੈ। ਦਿਨ ਦੇ 4 ਘੰਟੇ ਰੋਜ਼ਾਨਾ ਇੱਥੇ ਜਿਹੜਾ ਹੈ ਗਰੀਬਾਂ ਦੇ ਉੱਤੇ ਜ਼ੁਲਮ ਢਾਇਆ ਜਾਂਦਾ ਹੈ। ਇਹ ਜ਼ਹਿਰ ਤੇ ਕਹਿਰ ਦਾ ਘਰ ਬਣ ਚੁੱਕਾ ਹੈ ਲਾਹੌਰ, ਲਾਹੌਰ ਨਹੀਂ ਰਿਹਾ। ਇਸ ਕਰਕੇ ਹੁਣ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿਣਾ। ਇਹਨਾਂ ਦੇ ਕਰਮਾਂ ਦੇ ਕਰਕੇ ਇਹਨਾਂ ਕੋਲ ਹੁਣ ਬਲ ਹੈ, ਇਹਨਾਂ ਦੇ ਕੋਲ ਸ਼ਕਤੀ ਹੈ। ਇਹ ਜਰਵਾਣੇ ਜਿਹੜੇ ਨੇ ਤਾਂ ਇੱਦਾਂ ਕਰਦੇ ਪਏ ਨੇ। ਆਪਾਂ ਇੱਥੇ ਭਵਿੱਖਤ ਬਚਨ ਕਰ ਚੱਲੇ ਹਾਂ। ਦਸਵਾਂ ਜਾਮਾ ਪਹਿਰੇ ਜਬ ਹੀ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਜਦੋਂ 10ਵੇਂ ਜਾਮੇ ਦੇ ਰੂਪ ਦੇ ਵਿੱਚ ਜਿਹੜਾ ਹੈ ਇੱਥੇ ਸੰਸਾਰ ਦੇ ਉੱਤੇ ਜਿਹੜਾ ਹੈ ਆਉਣਾ ਕਰਾਂਗੇ ਜੀ। ਧਰਮ ਪੰਥ ਪ੍ਰਗਟਾਵੋ ਤਬਹੀ। ਉਦੋਂ ਅਸੀਂ ਇੱਕ ਜਿਹੜਾ ਹੈ ਉਹ ਧਰਮ ਜਿਹੜਾ ਹੈ ਉਹ ਪੰਥ ਜਿਹੜਾ ਹੈ ਉਹ ਪ੍ਰਗਟ ਕਰਾਂਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੂ ਨਿਵਾਸ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ 10ਵੀਂ ਜੋਤ ਜਿਹੜੀ ਹੈ ਉਹ ਸੰਸਾਰ ਦੇ ਉੱਤੇ ਜਿਹੜੀ ਹੈ ਉਹ ਪ੍ਰਕਾਸ਼ਮਾਨ ਹੁੰਦੀ ਹੈ। ਤੇ ਮੇਰੇ ਪਾਤਸ਼ਾਹ ਨੇ ਉਦੋਂ ਫਿਰ ਜਿਹੜਾ ਹੈ ਇੱਕ ਪੰਥ ਚਲਾਇਆ ਜਿਹਨੂੰ ਆਪਾਂ ਖਾਲਸਾ ਪੰਥ ਜਿਹੜਾ ਹੈ ਉਹ ਕਹਿੰਦੇ ਹਾਂ। ਭਵਿੱਖਤ ਬਚਨ ਹੋ ਰਹੇ ਨੇ ਕਿ 10ਵੇਂ ਜਾਮੇ ਦੇ ਵਿੱਚ ਜਿਹੜਾ ਹੈ ਅਸੀਂ ਜਿਹੜਾ ਹੈ ਇੱਕ ਧਰਮ ਰੂਪੀ ਪੰਥ ਜਿਹੜਾ ਹੈ ਉਹ ਪ੍ਰਗਟ ਕਰਾਂਗੇ ਜੀ। ਅਜੋਧ ਤਾਰ ਕੇ ਜੁੱਧ ਮਚਾਵੇ। ਉਦੋਂ ਕੀ ਹੋਵੇਗਾ? ਉਦੋਂ ਹੱਥਾਂ ਦੇ ਵਿੱਚ ਸ਼ਸਤਰ ਹੋਣਗੇ ਤੇ ਆਪਾਂ ਹੱਥਾਂ ਦੇ ਵਿੱਚ ਸ਼ਸਤਰ ਫੜ ਕਰਕੇ ਜਿਹੜਾ ਹੈ ਬੜਾ ਘਮਸਾਨ ਦਾ ਯੁੱਧ ਜਿਹੜਾ ਹੈ ਇਹਨਾਂ ਜਰਵਾਣਿਆਂ ਦੇ ਨਾਲ ਮਚਾਉਣਾ ਕਰਾਂਗੇ ਜੀ। ਤੁਰ ਕਨ ਕੀ ਸਭ ਸਫਾ ਉਠਾਵੇ। ਉੱਠ ਗਈ ਸਫਾ ਮਲੇਸ਼ ਕੀ, ਅਸੀਂ ਤੁਰਕਾਂ ਦੀ ਜਿਹੜੀ ਹੈ ਉਹ ਸਫਾ ਉਠਾ ਦੇਵਾਂਗੇ। ਭਾਵ ਤੁਰਕਾਂ ਦਾ ਨਾਮੋ ਤੇ ਨਿਸ਼ਾਨ ਵੀ ਜਿਹੜਾ ਹੈ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ। ਆਪ ਜੀ ਸਿਆਣੇ ਪੁਰਸ਼ ਬੈਠੇ ਹੋ, ਗੁਰੂ ਇਤਿਹਾਸ ਨੂੰ ਜਾਣਦੇ ਹੋ, ਸੁਣਦੇ ਹੋ, ਪੜ੍ਹਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ 14 ਜੰਗਾਂ ਜਿਹੜੀਆਂ ਨੇ ਉਹ ਲੜਨੀਆਂ ਕੀਤੀਆਂ ਨੇ ਤੇ ਤੁਰਕਾਂ ਦਾ ਜਿਹੜਾ ਸੀ ਉਹ ਸਫਾਇਆ ਕਰ ਦਿੱਤਾ ਸੀ। ਇੱਥੇ ਉਹੀ ਭਵਿੱਖਤ ਬਚਨ ਜਿਹੜੇ ਨੇ ਹੁਣ ਕਹਿ ਰਹੇ ਨੇ, ਅਸੀਂ ਆਵਾਂਗੇ 10ਵੇਂ ਜਾਮੇ ਦੇ ਵਿੱਚ ਸ਼ਸਤਰ ਹੱਥ ਦੇ ਵਿੱਚ ਧਾਰਨ ਕਰਾਂਗੇ ਤੇ ਤੁਰਕਾਂ ਦਾ ਜਿਹੜਾ ਹੈ ਉਹ ਸਫਾਇਆ ਕਰ ਦੇਵਾਂਗੇ ਜੀ। ਮਹਾਪਾਪ ਸੋ ਦੇ ਹਟਾਈ। ਤੇ ਸੰਸਾਰ ਦੇ ਉੱਤੇ ਜਿਹੜਾ ਮਹਾਪਾਪ ਹੋ ਰਿਹਾ ਹੈ, ਗਰੀਬਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ, ਜਦੋਂ ਸਾਡੀ ਤਲਵਾਰ ਉੱਠੇਗੀ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਉੱਠੇਗੀ ਤੇ ਇਹਨਾਂ ਜਰਵਾਣਿਆਂ ਦਾ ਸਰਵ ਨਾਸ਼ ਕਰ ਦੇਵੇਗੀ ਜੀ। ਧਰਮ ਨੀਤ ਜੋਤ ਰਾਜ ਪਹੁੰਚਾਈ। ਤੇ ਅਸੀਂ ਇਹੋ ਜਿਹਾ ਰਾਜ ਉੱਥੇ ਕਾਇਮ ਕਰਾਂਗੇ ਜਿੱਥੇ ਧਰਮ ਵੀ ਹੋਵੇਗਾ ਤੇ ਜਿੱਥੇ ਨੀਤੀ ਵੀ ਹੋਵੇਗੀ। ਆਪਾਂ ਧਰਮ ਦੀ ਨੀਤੀ ਨੂੰ ਅੱਗੇ ਰੱਖ ਕਰਕੇ ਜਿਹੜਾ ਹੈ ਭਾਵ ਕਿ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਧਰਮ ਐਸੋ ਜਿਹਾ ਕਾਇਮ ਕਰਾਂਗੇ ਜੀ। ਨੇ ਠਹਿਰੋ ਅਬ ਚੱਲ ਮਰਦਾਨਾ। ਤੇ ਇਸ ਕਰਕੇ ਭਾਈ ਮਰਦਾਨਾ ਜੀ
ਹੁਣ ਅਸੀਂ ਲਾਹੌਰ ਦੀ ਧਰਤੀ ਤੇ ਜਿਹੜਾ ਹੈ ਉਹ ਠਹਿਰਨਾ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦੇਣਾ ਗੁਰੂ ਰੂਪ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਉਹ ਪਰਪੁਰ ਪਿਆਨਾ ਕਰਦੇ ਨੇ। ਸਿੱਖਾਂ ਨੂੰ ਬੇਨਤੀ ਹੋਈ ਅਗਲਾ ਗੁਰੂ ਕੌਣ? ਤੇ ਸਾਡੇ ਕੋਲ ਦੋਹਰੇ ਜਿਹੜੇ ਆਪਾਂ ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਹੈ ਉਹ ਸ਼ਹੀਦੀ ਦਾ ਬਦਲਾ ਲਿਆ, ਸਰਹੰਦ ਨੂੰ ਜਿਹੜਾ ਹੈ ਉਹ ਫਤਿਹ ਕੀਤਾ। ਉਪਰੰਤ ਜਦੋਂ ਸਿੱਖਾਂ ਦਾ ਇਤਿਹਾਸ ਚੱਲਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਸਮਾਂ ਕਾਲ ਜਦੋਂ ਸਿੱਖ ਰਾਜ ਜਿਹੜਾ ਹੈ ਉਹ ਕਾਇਮ ਹੁੰਦਾ ਹੈ, ਤਕਰੀਬਨ 45 ਤੋਂ 48 ਸਾਲ ਦਾ ਸਮਾਂ ਜਿਹੜਾ ਹੈ ਸਿੱਖ ਲਿਖਤਾਂ ਸਾਡੀ ਝੋਲੀ 'ਚ ਪਾਉਂਦੀਆਂ ਨੇ। ਉਹ ਸਮਾਂ ਇਹੋ ਜਿਹਾ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜਾ ਸਿੱਖ ਰਾਜ ਕਾਇਮ ਕੀਤਾ, ਜਿਹਦੀ ਛਾਤੀ ਜਿਹੜੀ ਹੈ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਰ ਰਹੇ ਨੇ ਨਾ ਕਿ 10ਵੇਂ ਜਾਮੇ ਦੇ ਵਿੱਚ ਤੁਰਕਾਂ ਦਾ ਨਾਸ਼ ਹੋ ਜਾਵੇਗਾ। ਇੱਕ ਨਿਰਮਲ ਪੰਥ ਜਿਹੜਾ ਹੈ ਉਹ ਸਾਫ਼ ਤੇ ਸੁਥਰਾ ਜਿਹੜਾ ਹੈ ਇਹਨਾਂ ਜਰਵਾਣੀਆਂ ਨੂੰ ਜਿਹੜਾ ਹੈ ਖਤਮ ਕਰ ਦੇਵੇਗਾ। ਤੇ ਉਹ ਖਾਲਸਾ ਰਾਜ ਸਾਡੇ ਕੋਲ ਰਿਹਾ ਤਕਰੀਬਨ 50 ਸਾਲ ਤੱਕ। ਤੇ ਉਸ ਖਾਲਸੇ ਰਾਜ ਦੇ ਵਿੱਚ ਕਿਸੇ ਇੱਕ ਨੂੰ ਵੀ ਜਿਹੜਾ ਸੀ ਨਾ ਉਹ ਫਾਂਸੀ ਨਹੀਂ ਸੀ ਦਿੱਤੀ ਗਈ, ਕਿਸੇ ਗਰੀਬ ਦੇ ਨਾਲ ਧੱਕਾ ਨਹੀਂ ਸੀ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਕਿਤੇ ਪੜ੍ਹ ਕੇ ਦੇਖੋ, ਜੇ ਕਿਤੇ ਬੱਚੇ ਬੇਰੀ ਨੂੰ ਜਿਹੜਾ ਹੈ ਉਹ ਵੱਟੇ ਵੀ ਮਾਰਦੇ ਨੇ ਤੇ ਉਹ ਵੱਟਾ ਜਿਹੜਾ ਹੈ ਮਹਾਰਾਜਾ ਜੀ ਨੂੰ ਲੱਗਦਾ ਹੈ ਆ ਕਰਕੇ ਕੁਹਾਰ ਜਿਹੜੇ ਪਕੜ ਲੈਂਦੇ। ਫਿਰ ਕਹਿੰਦੇ ਬੱਚਿਆਂ ਨੂੰ ਕਿਉਂ ਪਕੜਿਆ? ਕਹਿਣ ਲੱਗੇ ਇਹਨੇ ਤੁਹਾਨੂੰ ਵੱਟਾ ਮਾਰਿਆ ਹੈ। ਤੇ ਕਹਿਣ ਲੱਗੇ ਬੱਚਿਓ ਤੁਸੀਂ ਵੱਟੇ ਕਿਉਂ ਮਾਰਦੇ ਹੋ? ਤੇ ਕਹਿਣ ਲੱਗੇ ਅਸੀਂ ਬੇਰੀ ਦੇ ਬੇਰ ਲਾਉਂਦੇ ਹਾਂ, ਆਪਾਂ ਬੇਰੀ ਨੂੰ ਜਦੋਂ ਵੱਟੇ ਮਾਰਦੇ ਹਾਂ ਤੇ ਬੇਰ ਸਾਡੀ ਝੋਲੀ 'ਚ ਪੈਂਦੇ ਨੇ। ਤੇ ਉਦੋਂ ਮਹਾਰਾਜ ਜੀ ਦਾ ਬਿਆਨ ਸੀ ਕਿ ਇੱਕ ਇਹ ਦਰਖਤ ਦਾ ਬੂਟਾ, ਇਹਨੂੰ ਫਲ ਲੱਗਾ ਹੋਇਆ ਤੇ ਇਹਨੂੰ ਜਦੋਂ ਵੱਟੇ ਵੱਜਣ ਤੇ ਉਹ ਫਲ ਜਿਹੜੇ ਨੇ ਇਹਨਾਂ ਦੀ ਝੋਲੀ 'ਚ ਗਿਰਦੇ ਨੇ। ਮੈਂ ਤੇ ਸਮੇਂ ਦਾ ਬਾਦਸ਼ਾਹ ਹਾਂ, ਇਹਨਾਂ ਨੂੰ ਪਕੜ ਕੇ ਸਜ਼ਾ ਦੇਣਾ ਨਹੀਂ ਬਣਦਾ, ਇਹਨਾਂ ਦਾ ਇਨਾਮ ਜਿਹੜਾ ਹੈ ਇਹਨਾਂ ਦੀ ਝੋਲੀ 'ਚ ਪਾ ਦਿੱਤਾ ਜਾਵੇ। ਬੇਅੰਤ ਉਹਨਾਂ ਦਾ ਜੀਵਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਵੀ ਆਪਣੀਆਂ ਲਿਖਤਾਂ ਦੇ ਵਿੱਚ ਲਿਖਿਆ। ਤੇ ਇਸ ਗੱਲ ਦੀ ਛਾਤੀ ਭਰੀ ਹੈ ਕਿ ਅੱਜ ਤੱਕ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਹੋ ਜਿਹਾ ਰਾਜ ਨਹੀਂ ਦੇਖਿਆ ਜਿਹਦੇ ਵਿੱਚ ਹਰ ਇੱਕ ਦੇ ਨਾਲ ਜਿਹੜਾ ਸੀ ਉਹ ਇਨਸਾਫ ਹੁੰਦਾ ਹੋਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਹ ਪਾਵਨ ਪਵਿੱਤਰ ਭਵਿੱਖਤ ਬਚਨ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਨੇ, ਭਾਈ ਮਰਦਾਨਾ ਜੀ ਅਸੀਂ ਹੁਣ ਲਾਹੌਰ ਦੀ ਧਰਤੀ ਤੇ ਨਹੀਂ ਰੁਕਣਾ, ਇਹਨਾਂ ਦਾ ਸਮਾਂ ਆਵੇਗਾ ਤੇ ਇਹਨਾਂ ਨੂੰ ਆਪੇ ਸੋਧਾ ਲੱਗ ਜਾਵੇਗਾ 10ਵੇਂ ਜਾਮੇ ਦੇ ਵਿੱਚ। ਹੁਣ ਅਸੀਂ ਇਸ ਤੋਂ ਅੱਗੇ ਚੱਲੀਏ ਜੀ। ਨਿਗਸੇ ਵਹਿਰ ਗਏ ਇੱਕ ਥਾਂ ਤੇ ਚਲਦਿਆਂ ਪਾਤਸ਼ਾਹ ਇੱਕ ਥਾਂ ਤੇ ਜਾ ਕੇ ਜਿਹੜੇ ਨੇ ਰੁਕਣਾ ਕਰਦੇ ਹਨ ਜੀ। ਇੱਕ ਦਿਜ ਦਬੀ ਹੁਤੋ ਆਗਾਰੀ। ਆਂਦੇ ਰਸਤੇ ਦੇ ਵਿੱਚ ਜਿਸ ਥਾਂ ਤੇ ਹੁਣ ਪਾਤਸ਼ਾਹ ਰੁਕੇ ਹਨ ਉੱਥੇ ਇੱਕ ਪੰਡਤ ਜਿਹੜਾ ਹੈ ਮਿਲਣਾ ਕਰਦਾ ਹੈ। ਦਿੱਜ ਕਹਿੰਦੇ ਨੇ ਪੰਡਤ ਨੂੰ, ਦੰਬੀ ਕਹਿੰਦੇ ਨੇ ਪਖੰਡੇ ਨੂੰ। ਆਂਦੇ ਇੱਕ ਪਖੰਡ ਦੇ ਨਾਲ ਲਪਾ ਲੱਪ ਭਰਿਆ ਹੋਇਆ, ਜਿਦ ਕੋ ਧਰਮ ਤੇ ਨਹੀਂ ਹੈ ਪਰ ਧਰਮ ਦੇ ਨਾਮ ਦੇ ਉੱਤੇ ਪਖੰਡ ਉਹਨੇ ਕਾਫੀ ਪਾਲਿਆ ਹੋਇਆ ਹੈ। ਉਹ ਪਖੰਡੀ ਪੰਡਤ ਜਿਹੜਾ ਹੈ ਮਿਲਣਾ ਕਰਦਾ ਹੈ ਜੀ। ਬਹੁ ਪਖੰਡ ਜਿਨ ਕੀਨ ਸਵਾਰੀ। ਬੜਾ ਸਵਾਰ ਕਰਕੇ ਉਹਨੇ ਧਰਮ ਦੇ ਨਾਂ ਦਾ ਪਖੰਡ ਜਿਹੜਾ ਹੈ ਅਪਣਾਇਆ ਹੋਇਆ ਹੈ ਜੀ। ਗੋਬਰ ਸੋ ਤਰਨੀਪ ਬਣਾਈ। ਜਿੱਥੇ ਉਹਨੇ ਆਪਣਾ ਅਸਥਾਨ ਰੱਖਿਆ ਹੈ ਉਸ ਅਸਥਾਨ ਨੂੰ ਪਹਿਲਾਂ ਜਿਹੜਾ ਹੈ ਨਾ ਉਹਨੇ ਸੁੱਚਾ ਕਰਨ ਵਾਸਤੇ ਜਿਹੜਾ ਹੈ ਉਹ ਗੋਬਰ ਦਾ ਲੇਪਨ ਕੀਤਾ ਹੁੰਦਾ ਹੈ। ਧਿਆਨ ਦੇਣਾ, ਆਪਾਂ ਪਿੰਡਾਂ ਥਾਵਾਂ ਦੇ ਵਿੱਚ ਵਿਚਰਨ ਵਾਲੇ ਬੈਠੇ ਹੋਏ ਹਾਂ ਬਜ਼ੁਰਗ। ਪੁਰਾਣੇ ਸਮਿਆਂ ਦੇ ਅੰਦਰ ਚੌਂਕੇ ਦੀ ਜਾਂ ਘਰ ਦੀ ਸਾਂਭ ਸੰਭਾਲ ਵਾਸਤੇ ਅੱਜ ਵਰਗਾ ਸੰਖ ਮਰਮਰ ਨਹੀਂ ਸੀ, ਕੱਚੇ ਜੇ ਕੋਠੇ ਹੋਣੇ ਤੇ ਉੱਥੇ ਵੀ ਗੋਹੇ ਦਾ ਲੇਪਨ। ਰਸੋਈ ਘਰ ਦੇ ਅੰਦਰ ਵੀ ਆਪਾਂ ਜਿਹੜਾ ਸੀ ਭੋਜਨ ਪਕਾਉਣ ਵਾਸਤੇ ਗੋਹੇ ਦਾ ਲੇਪਨ ਕਰਕੇ ਰਸੋਈ ਨੂੰ ਜਿਹੜਾ ਸੀ ਨਾ ਉਹ ਸਵੱਛ ਕੀਤਾ ਜਾਂਦਾ ਸੀ। ਇਹ ਸਾਡੇ ਮਨ ਦੀ ਦਸ਼ਾ ਸੀ ਕਿ ਇਸ ਤਰ੍ਹਾਂ ਉਹ ਜਿਹੜਾ ਹੈ ਸੁੱਚਾ ਹੋ ਜਾਂਦਾ ਹੈ ਜੀ।
ਬਹੋਰਾ ਉਪਰ ਕੁਸਾਡ ਸਾਈ। ਤੇ ਉੱਥੇ ਬੈਠਣ ਵਾਸਤੇ ਕੁਛਾ ਕਹਿੰਦੇ ਨੇ ਸੱਥ ਨੂੰ, ਆਮ ਪਰਾਲੀ ਦੀ ਜਿਹੜੀ ਸੀ ਉਹ ਸੱਥ ਜਿਹੜੀ ਸੀ ਬਣਾ ਲਈ ਜਾਂਦੀ ਸੀ ਬੈਠਣ ਵਾਸਤੇ। ਇਹਨੇ ਉਹ ਜਿਹੜੀ ਹੈ ਸਫਾ ਜਿਹੜੀ ਹੈ ਵਿਛਾਈ ਹੋਈ ਹੈ ਜੀ। ਬਸਤਰ ਉਤਾਰ ਕੇ ਇਸ਼ਨਾਨੇ। ਤੇ ਚੌਂਕੇ ਦੇ ਵਿੱਚ ਵੜਨ ਤੋਂ ਪਹਿਲਾਂ ਇਹ ਆਪਣੇ ਸਰੀਰ ਦਾ ਇਸ਼ਨਾਨ ਕਰਾਉਂਦਾ ਹੈ ਜੀ। ਦਵਾ 10 ਤਨ ਮੇ ਤਿਲਕ ਲਗਾਨੇ। ਦਵਾ ਕਹਿੰਦੇ ਨੇ 2 ਨੂੰ ਤੇ 10 ਕਹਿੰਦੇ ਨੇ 10 ਦੀ ਗਿਣਤੀ, ਭਾਵ 2 + 10 12 ਦੀ ਗਿਣਤੀ ਹੋ ਗਈ। ਤੇ ਇਸ਼ਨਾਨ ਕਰਕੇ ਨਾ ਇਹ ਪੰਡਤ ਆਪਣੇ ਸਰੀਰ ਦੇ ਉੱਤੇ ਜਿਹੜੇ ਨੇ 12 ਤਿਲਕ ਲਾਉਂਦਾ ਹੈ। ਇੱਕ ਮੱਥੇ ਤੇ ਲਾਉਂਦਾ ਹੈ, ਇੱਕ ਪੇਟ ਤੇ ਲਾਉਂਦਾ ਹੈ, 2 ਮੋਢਿਆਂ ਤੇ ਲਾਉਂਦਾ ਹੈ, 2 ਡੋਲਿਆਂ ਤੇ ਲਾਉਂਦਾ ਹੈ, 2 ਬਾਜੂਆਂ ਤੇ ਲਾਉਂਦਾ ਹੈ, 2 ਹੱਥਾਂ ਤੇ ਲਾਉਂਦਾ ਹੈ, 2 ਪਿੰਨੀਆਂ ਤੇ ਲਾਉਂਦਾ ਆਦਿ। ਇਸ ਤਰ੍ਹਾਂ 12 ਤਿਲਕ ਜਿਹੜੇ ਨੇ ਇਹ ਰੱਖਦਾ ਹੈ ਜੀ। ਰਾਖੇ ਸਾਲ ਗਰਮ ਆਗਾਰੀ। ਇੱਕ ਜਿਹੜੀ ਹੈ ਖਾਸ ਨਦੀ ਦਾ ਜ਼ਿਕਰ ਆਇਆ ਹੈ। ਉਸ ਨਦੀ ਦੇ ਵਿੱਚੋਂ ਇੱਕ ਕਾਲੇ ਰੰਗ ਦਾ ਪੱਥਰ ਜਿਹੜਾ ਹੈ ਉਹ ਇਹ ਲੱਭ ਕੇ ਲਿਆਉਂਦੇ ਨੇ ਤੇ ਉਸ ਪੱਥਰ ਨੂੰ ਨਾਮ ਦਿੱਤਾ ਜਾਂਦਾ ਹੈ ਸਾਲ ਗ੍ਰਾਮ ਦਾ। ਉਹਨੂੰ ਸਾਲ ਗ੍ਰਾਮ ਸਵਾਮੀ ਵੀ ਕਿਹਾ ਜਾਂਦਾ ਹੈ। ਇਹਨੂੰ ਸਿਰਫ ਤੁਸੀਂ ਜੋ ਇੱਥੇ ਪ੍ਰਸੰਗ ਚੱਲ ਰਿਹਾ ਹੈ ਨਾ ਗੁਰ ਕੀ ਸੰਗਤ ਜੀ, ਇਹ ਕਿਸੇ ਦੀ ਕਟਾਸ ਨਹੀਂ ਹੈ, ਕਿਸੇ ਧਰਮ ਦੇ ਉੱਤੇ ਧਿਆਨ ਦੇਣਾ ਮੈਂ ਬੇਨਤੀ ਪਹਿਲਾਂ ਕਰਦਾ ਵਾ। ਸਿਰਫ ਇਸ ਨੂੰ ਜਿਹੜਾ ਹੈ ਗੁਰਮਤਿ ਦੇ ਲੈਵਲ 'ਤੇ ਸਮਝਣ ਦਾ ਯਤਨ ਕਰਨਾ ਕਿ ਪਖੰਡ ਨੂੰ ਜਿਹੜਾ ਹੈ ਗੁਰਸਿੱਖੀ ਦੇ ਜੀਵਨ ਦੇ ਵਿੱਚ ਜਿਹੜਾ ਹੈ ਰੱਤੀ ਭਰ ਵੀ ਜਿਹੜੀ ਹੈ ਥਾਂ ਨਹੀਂ ਦਿੱਤੀ ਗਈ। ਕਿਸੇ ਦੇ ਧਰਮ ਦੇ ਵਿੱਚ ਕੋਈ ਕਰ ਰਿਹਾ ਹੈ ਉਹਨੂੰ ਤੇ ਮੁਬਾਰਕ ਹੈ, ਪਰ ਗੁਰਮਤਿ ਦੇ ਵਿੱਚ ਗੁਰਸਿੱਖ ਨੇ ਇਹੋ ਜਿਹੇ ਪਖੰਡੀਆਂ, ਇਹੋ ਜਿਹੇ ਦੰਬੀਆਂ ਦੇ ਚੁੰਗਲ ਦੇ ਵਿੱਚ ਜਿਹੜਾ ਹੈ ਉਹ ਨਹੀਂ ਫਸਣਾ। ਇਹ ਪ੍ਰਸੰਗ ਅੱਗੇ ਕਰ ਜਾ ਕੇ ਜਦੋਂ ਸਪਸ਼ਟ ਹੋਵੇਗਾ ਆਪ ਜੀ ਨੂੰ ਗੱਲ ਸਮਝ ਵਿੱਚ ਆ ਜਾਵੇਗੀ। ਕਹਿਣ ਲੱਗੇ ਉਹਨੇ ਸਾਲ ਗ੍ਰਾਮ ਜਿਹੜਾ ਹੈ ਆਪਣੇ ਸਨਮੁਖ ਰੱਖਿਆ ਹੋਇਆ ਹੈ ਜੀ। ਤੇ ਉਹਨੂੰ ਜਿਹੜਾ ਹੈ ਬਾਰ-ਬਾਰ ਜਿਹੜਾ ਹੈ ਨਮਸਕਾਰ ਕਰਦਾ ਹੈ, ਮੱਥੇ ਟੇਕਦਾ ਹੈ ਜੀ। ਘੰਟਾ ਹੱਥ ਬਜਾਵਾ। ਹੱਥ ਦੇ ਵਿੱਚ ਇੱਕ ਘੰਟਾ ਭਾਵ ਇੱਕ ਟੱਲੀ ਫੜੀ ਹੋਈ ਹੈ ਤੇ ਸਾਲ ਗ੍ਰਾਮ ਦੀ ਪੂਜਾ ਕਰਨ ਵਾਸਤੇ ਉਹਨੂੰ ਬਾਰ-ਬਾਰ ਵਜਾਉਂਦਾ ਹੈ ਜੀ। ਬਾਰ-ਬਾਰ ਤਰ ਭਰ ਸਿਰ ਲਾਵਾ। ਤੇ ਬਾਰ-ਬਾਰ ਜਿਹੜਾ ਹੈ ਉਸ ਸਾਲ ਗ੍ਰਾਮ ਨੂੰ ਮੱਥੇ ਟੇਕਦਾ ਹੈ ਜੀ। ਮੋਰੋ ਮਾਲਾ ਲੀਨੀ ਪਾਨਾ। ਤੇ ਜਦੋਂ ਇੰਨਾ ਕਰਮ ਕਰ ਲੈਂਦਾ ਹੈ ਤੇ ਫਿਰ ਹੱਥ ਦੇ ਵਿੱਚ ਇੱਕ ਮਾਲਾ ਜਿਹੜੀ ਹੈ ਮੋਤੀਆਂ ਦੀ ਫੜ ਲੈਂਦਾ ਹੈ ਜੀ। ਨੈਣ ਮੁਦ ਬੈਠੋ ਬਖ ਧਿਆਨਾ। ਤੇ ਆਪਣੇ ਜਿਹੜਾ ਹੈ ਸਮਾਧੀ ਵਿੱਚ ਜਿਹੜਾ ਹੈ ਲੀਨ ਹੋ ਜਾਂਦਾ ਹੈ। ਤੇ ਹੁਣ ਸਮਾਧੀ ਕਿੱਦਾਂ ਦੀ ਹੈ? ਜਿੱਦਾਂ ਬਗਲਾ ਜਿਹੜਾ ਹੈ ਉਹ ਪਾਣੀ ਦੇ ਵਿੱਚ ਚੱਲਦੀਆਂ ਹੋਈਆਂ ਡੱਡੀਆਂ ਮੱਛੀਆਂ ਨੂੰ ਪਕੜਨ ਵਾਸਤੇ ਜਿਹੜਾ ਹੈ ਨਾ ਧਿਆਨ ਲਗਾਉਂਦਾ ਹੈ, ਇਸੇ ਤਰ੍ਹਾਂ ਇਹਨੇ ਆਪਣੀ ਸਮਾਧੀ ਜਿਹੜੀ ਹੈ ਬਗਲੇ ਰੂਪ ਬਣਾਈ ਹੋਈ ਹੈ ਜੀ। ਦੇਖ ਮਜ਼ਾਰ ਲਿਆਵੇ ਜਾਹੀ। ਤੇ ਲੋਕੀ ਜਿਹੜੇ ਨੇ ਇਹਨੂੰ ਦੇਖ ਦੇਖ ਕੇ ਜਿਹੜੇ ਨੇ ਇਹਦੇ ਵੱਲ ਜਿਹੜੇ ਨੇ ਆਉਂਦੇ ਹਨ ਜੀ। ਮਾਇਆ ਕੋ ਲਾਲਚ ਮਨ ਮਾਹੀ। ਇਹ ਸਾਰਾ ਪ੍ਰਪੰਚ ਜਿਹੜਾ ਹੈ ਇਹਨੇ ਰੋਟੀਆਂ ਕਾਰਨ ਪੂਰੇ ਤਾਲ ਦਾ ਬਣਾਇਆ ਹੋਇਆ ਹੈ। ਮਾਇਆ ਜਿਹੜੀ ਹੈ ਪਿਆਰੀ ਹੈ, ਇਸ ਨੂੰ ਮਾਇਆ ਇਕੱਠੀ ਕਰਨ ਵਾਸਤੇ ਇਹਨੇ ਪਖੰਡ ਪਾਲਿਆ ਹੋਇਆ ਹੈ ਜੀ। ਬਹੁ ਨਰ ਆਏ ਬੰਦਨਾ ਕਰ ਰਹੀ। ਤੇ ਆਮ ਇਹ ਕਹਾਵਤ ਵੀ ਪ੍ਰਸਿੱਧ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਗੁਰ ਕੀ ਸੰਗਤ ਜੀ ਇਹ ਗੱਲ ਸੱਚ ਹੈ। ਹੁਣ ਹਰ ਕੋਈ ਕਹਿੰਦਾ ਹੈ ਕਿ ਸੁੱਖ ਜਿਹੜੇ ਨੇ ਉਹ ਝੋਲੀ ਦੇ ਵਿੱਚ ਪੈ ਜਾਣ ਤੇ ਕਿਤੇ ਕੋਈ ਯਤਨ ਨਾ ਕਰਨਾ ਪਵੇ, ਸੁੱਖਾਂ ਵਾਸਤੇ ਚੁੱਪ ਕੀਤੇ ਆ ਜਾਣ। ਇੱਕ ਵਾਰੀ ਕਹੀਏ ਤੇ ਦੂਜੀ ਵਾਰ ਜਿਹੜੀ ਹੈ ਝੋਲੀ ਸੁੱਖਾਂ ਦੇ ਨਾਲ ਉਹ ਭਰ ਜਾਵੇ। ਤੇ ਉਹਦੇ ਕਰਕੇ ਜ਼ਿਆਦਾਤਰ ਜਿਹੜਾ ਹੈ ਅੱਜ ਦਾ ਮਨੁੱਖ ਜਿਹੜਾ ਹੈ ਉਹ ਡੇਰੇਵਾਦ ਦੇ ਨਾਲ ਵੀ ਜੁੜਦਾ ਗਿਆ ਤੇ ਪਖੰਡੀਆਂ ਦੇ ਨਾਲ ਵੀ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਉਹ ਜੁੜਿਆ। ਕਿਉਂਕਿ ਹੁਣ ਬਾਣੀ ਤੇ ਕਹਿੰਦੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਤੇ ਸੁਣਨ ਦਾ ਟਾਈਮ ਹੀ ਨਹੀਂ ਸਾਡੇ ਕੋਲ। ਬੁਰੇ ਕਾਮ ਕੋ ਊਠ ਖਲੋਵਾ ਨਾਮ ਕੀ ਬੇਲਾ ਪੈ ਪੈ ਸੋਏ। ਇਹ ਸਮਾਂ ਨਹੀਂ ਹੈਗਾ, ਪਰ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਜਾ ਕੇ ਨੱਕ ਰਗੜਨ ਵਾਸਤੇ ਨਾ ਉੱਥੇ ਨੋਟਾਂ ਦੀਆਂ ਥੱਦੀਆਂ ਉੱਜੜ ਜਾਣ,
ਖੇਤਾਂ ਦੇ ਖੇਤ ਬਰਬਾਦ ਹੋ ਜਾਣ, ਉੱਥੇ ਇੱਜ਼ਤਾਂ ਵੀ ਨਿਲਾਮ ਹੋ ਜਾਣ, ਤੇ ਤਾਂ ਵੀ ਕਹਿੰਦੇ ਸਾਡੇ ਬਾਬਾ ਜੀ ਹਨ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਉਹਨਾਂ ਮੈਂ ਨਾਂ ਨਾ ਲਵਾਂ ਕਿਸੇ ਦਾ, ਆਪ ਜੀ ਭਲੀ ਭਾਂਤ ਜਾਣਦੇ ਹੋ, ਅੱਜ ਵੀ ਸਮਾਂ ਕੁਝ ਇਹੋ ਜਿਹਾ ਹੀ ਹੈ। ਤੇ ਕਹਿੰਦੇ ਪਏ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਜੀਵਨ ਦੇ ਵਿੱਚ ਕਿ ਇਹਨੇ ਬੜੇ ਲੋਕਾਂ ਨੂੰ ਆਪਣੇ ਪਖੰਡ ਦੇ ਕਰਕੇ ਭਰਮਾਇਆ ਹੋਇਆ ਹੈ, ਤੇ ਲੋਕ ਇਹਦੇ ਕੋਲ ਆਉਂਦੇ ਨੇ ਤੇ ਇਹਨੂੰ ਮੱਥੇ ਟੇਕਦੇ ਹਨ ਜੀ। ਜਥਾ ਸਕਤ ਤੇ ਪੇਟਾ ਤਾਰਹਿ, ਤੇ ਜਿੰਨਾ ਵੀ ਕਿਸੇ ਕੋ ਸਰਦਾ ਬਲਦਾ ਹੈ ਉਹ ਹਰ ਕੋਈ ਆਪਣੇ ਮੁਤਾਬਕ ਜਿਹੜਾ ਹੈ ਇਹਨੂੰ ਭੇਟਾਵਾਂ ਰੱਖ ਰਿਹਾ ਹੈ ਜੀ। ਸ੍ਰੀ ਨਾਨਕ ਤੇ ਹੋਰ ਕੀ ਜਾਣੀ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਦੇ ਸਨਮੁਖ ਜਿਹੜੇ ਨੇ ਉਹ ਖਲੋਤੇ ਹੋਏ ਨੇ, ਤੇ ਇਹ ਜੋ ਕੁਝ ਕਰ ਰਿਹਾ ਹੈ ਪਾਤਸ਼ਾਹ ਜੀ ਨੇ ਦੇਖ ਰਿਹਾ ਹੈ। ਹੁਣ ਬਾਹਰਲਾ ਪੱਖ ਵੀ ਦੇਖ ਲਿਆ ਕਿ ਸਾਲਗ੍ਰਾਮ ਦੀ ਪੂਜਾ ਕਰਦਾ ਹੈ, ਆਮ ਜੋ ਵੀ ਆਪ ਜੀ ਨੇ ਸੁਣਿਆ। ਤੇ ਦੂਜੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਹਿਰਦੇ ਦੀ ਵੀ ਜਾਣ ਲਈ ਹੈ ਜੀ। ਬੋਲੇ ਦਾ ਬਹਾਨ ਕੀ ਬਾਨੀ, ਤੇ ਇਹਦੇ ਦੰਭ ਭਾਵ ਇਹਦੇ ਪਖੰਡ ਨੂੰ ਜਿਹੜਾ ਹੈ ਦੂਰ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਬਚਨ ਉਚਾਰਨ ਕਰਦੇ ਹਨ ਜੀ। ਇਹਦੇ ਚ ਧਿਆਨ ਕਾਹੇ ਕੋ ਧਾਰੀ। ਕਹਿਣ ਲੱਗੇ ਹੇ ਪੰਡਤ ਜੀ, ਤੁਸੀਂ ਕਿਉਂ ਧਿਆਨ ਧਾਰ ਕੇ ਬੈਠੇ ਹੋਏ ਹੋ? ਤੁਸੀਂ ਕਿਉਂ ਵਾਹਿਗੁਰੂ ਧਿਆਨ ਜਿਹੜਾ ਹੈ ਧਾਰਨਾ ਕੀਤਾ ਹੈ ਜੀ। ਸਾਲਗ੍ਰਾਮ ਤੁਮਾਰ ਅਗਾਰੀ, ਜਿਸ ਦਾ ਧਿਆਨ ਤੁਸੀਂ ਧਾਰ ਕੇ ਬੈਠੇ ਹੋ ਉਹ ਸਾਲਗ੍ਰਾਮ ਤੇ ਜਿਹੜਾ ਹੈ ਤੁਹਾਡੇ ਸਾਹਮਣੇ ਪਿਆ। ਕਰਨਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਲਗ੍ਰਾਮ ਦੀ ਪੂਜਾ ਕਰਦੇ ਹੋਣਾ, ਤੇ ਹੁਣ ਅੱਖਾਂ ਕਿਉਂ ਬੰਦ ਕੀਤੀਆਂ? ਇਹ ਦੱਸੋ। ਜਿਹੜਾ ਪਰਮੇਸ਼ਰ ਤੁਹਾਡੇ, ਤੁਸੀਂ ਸਾਲਗ੍ਰਾਮ ਨੂੰ ਪਰਮੇਸ਼ਰ ਮੰਨਦੇ ਹੋ, ਤੇ ਜਿਹੜਾ ਪਰਮੇਸ਼ਰ ਪਹਿਲਾਂ ਹੀ ਤੁਹਾਡੇ ਸਨਮੁਖ ਹੋਇਆ ਬੈਠਾ ਹੈ, ਤੇ ਉਹਦੇ ਲਈ ਅੱਖਾਂ ਮੀਟਣ ਦੀ ਕੀ ਲੋੜ ਹੈ? ਉਹ ਤੇ ਪ੍ਰਤੱਖ ਤੁਹਾਡੇ ਸਾਹਮਣੇ ਪਿਆ ਹੋਇਆ ਹੈ। ਫਿਰ ਤੁਸੀਂ ਇਹ ਧਿਆਨ ਜਿਹੜਾ ਹੈ ਕਿਉਂ ਲਾ ਰਹੇ ਹੋ ਜੀ? ਆਪਣੋ ਇਸ਼ਟ ਸਮੀਪ ਨਾ ਹੋਈ। ਹਾਂ, ਇਸ ਤਰ੍ਹਾਂ ਤੇ ਮੰਨ ਲਈਏ ਕਿ ਜੇ ਆਪਣਾ ਰੱਬ, ਆਪਣਾ ਖੁਦਾ ਜਿਹੜਾ ਹੈ, ਆਪਣਾ ਅੱਲਾ ਜਿਹੜਾ ਹੈ, ਅੱਲਾ ਤਾਲਾ ਜੋ ਹੈ, ਉਹ ਸਾਡੇ ਸਾਹਮਣੇ ਨਾ ਹੋਵੇ ਜੀ। ਤੋਹਿਤ ਧਿਆਨ ਮੁਦੇ ਚਖ ਦੋਈ, ਫਿਰ ਤਾਂ ਜਿਹੜਾ ਹੈ ਉਹਦਾ ਧਿਆਨ ਧਰਨਾ ਜਿਹੜਾ ਹੈ ਉਹ ਆਪਾਂ ਮੰਨ ਲੈਂਦੇ ਹਾਂ ਕਿ ਰੱਬ ਸਾਹਮਣੇ ਨਹੀਂ, ਤੇ ਧਿਆਨ ਧਰਿਆ ਹੋਇਆ ਹੈ। ਹੁਣ ਇੱਥੇ ਧਿਆਨ ਦੇਣਾ, ਅਰਦਾਸ ਕਰਨ ਦਾ ਤਰੀਕਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਰਸਾ ਰਹੇ ਹਨ। ਪੰਥ ਦੇ ਅੰਦਰ ਵੀ ਇਹ ਮਰਿਆਦਾ ਜਿਹੜੀ ਹੈ ਕਾਇਮ ਹੈ, ਕਿਉਂਕਿ ਜਦੋਂ ਆਪ ਜੀ ਦੇਖੋ ਦਰਬਾਰ ਸਾਹਿਬ ਜੀ ਦੇ ਅੰਦਰ ਅਰਦਾਸ ਹੁੰਦੀ ਹੈ ਨਾ, ਉੱਥੇ ਜਦੋਂ ਕੋਈ ਨਵਾਂ ਅਰਦਾਸੀਆ ਆਉਂਦਾ ਹੈ, ਧਿਆਨ ਦੇਣਾ ਇਸ ਗੱਲ ਦੇ ਵੱਲ, ਤੇ ਉਹਨੂੰ ਉੱਥੋਂ ਦੇ ਜਿਹੜੇ ਮੋਹਤਵਾਰ ਮਰਿਆਦਾ ਤੋਂ ਜਾਣੂ ਗੁਰਮੁਖ ਪਿਆਰੇ ਹਨ, ਇਸ ਗੱਲ ਦੀ ਪਹਿਲਾਂ ਉਹਨੂੰ ਜਿਹੜੀ ਹੈ ਨਿਸ਼ਚਾ ਕਰਾ ਦਿੰਦੇ ਹਨ। ਭਾਈ ਸਾਹਿਬ, ਜਿਸ ਦਿਨ ਵੀ ਤੁਸੀਂ ਅਰਦਾਸ ਕਰਨੀ ਹੈ, ਉਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖਲੋਤਿਆਂ ਹੋਇਆਂ ਅੱਖਾਂ ਨਹੀਂ ਬੰਦ ਕਰਨੀਆਂ। ਧਿਆਨ ਦੇਣਾ, ਕਿਤੇ ਵੀ ਤੁਸੀਂ ਦਰਬਾਰ ਸਾਹਿਬ ਜੀ ਦੀ ਅਰਦਾਸ ਸੁਣੋ, ਲਾਈਵ ਸੁਣੋ, ਜਾ ਕੇ ਸੁਣੋ, ਅੱਖਾਂ ਉਹਨਾਂ ਦੀਆਂ ਬੰਦ ਆਪ ਜੀ ਨੂੰ ਨਹੀਂ ਮਿਲਣਗੀਆਂ। ਇਹ ਹਦਾਇਤ ਹੈ, ਕਿਉਂਕਿ ਉਹ ਗੁਰੂ ਜਿਹੜਾ ਹੈ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਪ੍ਰਤੱਖ ਜਿਹੜਾ ਹੈ ਤੁਹਾਡੇ ਸਾਹਮਣੇ ਹੈ। ਜੇ ਤੇ ਆਪਾਂ ਜਦੋਂ ਕਿਤੇ ਮਕਾਨ ਦੀ ਨੀਂਹ ਪੱਥਰ ਰੱਖਣਾ ਹੋਵੇ, ਕਿਤੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਨਾ ਹੋਵੇ, ਤੇ ਆਪਾਂ ਅਰਦਾਸ ਕਰੀਏ, ਤੇ ਅਰਦਾਸ ਦੇ ਇਹ ਅਲਫਾਜ਼ ਸਾਡੇ ਸਾਹਮਣੇ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ, ਧਿਆਨ ਧਰ, ਬੋਲੋ ਜੀ ਵਾਹਿਗੁਰੂ। ਇਹ ਵਚਨ ਆਪਾਂ ਕਹਿੰਦੇ, ਇਹਦਾ ਮਤਲਬ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਧਰਿਆ ਜਾ ਰਿਹਾ ਹੈ, ਕਿਉਂਕਿ ਹਰ ਥਾਂ ਤੇ ਮੁਨਾਸਬ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਵੇ, ਪਰ ਧਿਆਨ ਜਿਹੜਾ ਹੈ ਉਹ ਧਰਿਆ ਜਾ ਸਕਦਾ ਹੈ। ਇੱਥੇ ਜਦੋਂ ਅਰਦਾਸ ਹੁੰਦੀ ਹੈ, ਉਦੋਂ ਵੀ ਅੱਖਾਂ ਮੀਟਣ ਦੀ ਜਿਹੜੀ ਹੈ ਉਹ ਮਨਾਹੀ ਹੈ। ਹਾਲਾਂਕਿ ਸ਼ਾਇਦ ਆਪ ਜੀ ਨੂੰ ਇਸ ਗੱਲ ਦਾ ਨਾ ਪਤਾ ਹੋਵੇ, ਚਲੋ ਸਾਂਝੀ ਹੋਈ ਹੈ, ਅੱਜ ਮਾਲਕ ਕਿਰਪਾ ਕਰੇ ਇਹ ਬਿਰਤੀ ਸਾਰਿਆਂ ਦੀ ਬਣੇ। ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾ ਰਹੇ ਨੇ ਕਿ ਜੇ ਰੱਬ ਸਾਹਮਣੇ ਬੈਠਾ ਫਿਰ ਤੇ ਅੱਖਾਂ ਮੀਟਣ ਦੀ ਲੋੜ ਹੀ ਨਹੀਂ। ਹੁਣ ਸਾਲਗ੍ਰਾਮ ਤੇਰੇ ਸਾਹਮਣੇ ਪਿਆ, ਤੂੰ ਅੱਖਾਂ ਮੀਟ ਕੇ ਕਾਹਦਾ ਧਿਆਨ ਧਰਦਾ ਪਿਆ, ਕਿਉਂਕਿ ਤੈਨੂੰ ਤੇ ਉਹ ਰੱਬ ਜਾਪਦਾ ਹੈ। ਪਰ ਹਾਂ, ਜੇ ਰੱਬ ਸਾਹਮਣੇ ਨਹੀਂ ਹੈ ਫਿਰ ਤੇ ਧਿਆਨ ਧਰ ਉਹਦਾ,
ਕਿ ਵਾਹਿਗੁਰੂ ਮੈਂ ਤੈਨੂੰ ਚੇਤੇ ਕਰ ਰਿਹਾ ਹਾਂ ਜੀ। ਦ੍ਰਿਸ਼ਟ ਹਜੂਰ ਸੋ ਪ੍ਰਤਿਮਾ ਤੇਰੀ, ਤੇਰੇ ਸਾਹਮਣੇ ਤਾਂ ਜਿਹੜੀ ਹੈ ਤੇਰੇ ਰੱਬ ਦੀ ਪ੍ਰਤਿਮਾ ਭਾਵ ਮੂਰਤੀ ਪਈ ਹੋਈ ਹੈ ਜੀ। ਤੈ ਲੋਚਨ ਕਿਉ ਮੂੰਦੇ ਫੇਰੀ, ਤੇ ਫਿਰ ਤੂੰ ਆਪਣੀਆਂ ਅੱਖਾਂ ਇਹ ਪੰਡਤ ਜੀ ਕਿਉਂ ਬੰਦ ਕੀਤੀਆਂ ਹੋਈਆਂ ਹਨ ਜੀ। ਸਭ ਦਿਜ ਬੋਲੋ ਪਖੰਡ ਰਾਤਾ, ਉਹ ਪਖੰਡ ਦੇ ਨਾਲ ਰਮਿਆ ਹੋਇਆ ਪਖੰਡੀ ਜਿਹੜਾ ਪੰਡਤ ਸੀ ਇੰਨੇ ਬਚਨ ਜਦੋਂ ਸੁਣੇ ਤੇ ਫਿਰ ਬੋਲਣ ਲੱਗਾ ਹੈ ਜੀ। ਸੁਣੋ ਫਕੀਰ ਤੁਮੇ ਨਹੀਂ ਗਿਆਤਾ, ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਕਹਿਣ ਲੱਗਾ ਉਹ ਫਕੀਰ ਤੈਨੂੰ ਇਸ ਗੱਲ ਦੀ ਹਜੇ ਸਮਝ ਨਹੀਂ ਹੈਗੀ ਕਿ ਮੈਂ ਅੱਖਾਂ ਕਿਉਂ ਬੰਦ ਕੀਤੀਆਂ ਹਨ ਜੀ। ਪ੍ਰਤਿਮਾ ਕੀ ਸੇਵਾ ਕਰ ਲੀਨੀ, ਮੈਂ ਅੱਖਾਂ ਬੰਦ ਕਰਕੇ ਨਾ ਆਪਣੇ ਰੱਬ ਦੀ ਜਿਹੜੀ ਹੈ ਉਹ ਸੇਵਾ ਕਰਦਾ ਹਾਂ ਜੀ। ਬਾਰ ਬਾਰ ਤਰ ਬੰਧਨ ਦੀਨੀ, ਜਿਹੜਾ ਸਾਲਗ੍ਰਾਮ ਸੀ ਮੈਂ ਉਹਦੀ ਜਿਹੜੀ ਹੈ ਪੂਜਾ ਕੀਤੀ ਤੇ ਬਾਰ-ਬਾਰ ਉਹਨੂੰ ਪਹਿਲਾਂ ਜਿਹੜੇ ਸਨ ਮੱਥਾ ਟੇਕ ਲਿਆ ਹੈ ਜੀ। ਨੈਣ ਮੂੰਦ ਜਬ ਹੀ ਬਰੇ ਤਰੋ ਕੀ, ਤੇ ਹੁਣ ਉਹ ਜਦੋਂ ਪੂਜਾ ਸਾਲਗ੍ਰਾਮ ਦੀ ਖਤਮ ਹੋ ਗਈ ਤੇ ਮੈਂ ਆਪਣੇ ਨੈਣ ਜਿਹੜੇ ਨੇ ਆਪਣੀ ਬਿਰਤੀ ਰੋਕਣ ਵਾਸਤੇ ਬੰਦ ਕਰ ਲਏ ਹਨ ਜੀ। ਹੋਵਤ ਹੈ ਸੁਧ ਮੁਝੇ ਤਿਰਲੋ ਕੀ, ਇਹ ਮੈਂ ਨੈਣ ਇਸ ਕਰਕੇ ਬੰਦ ਕੀਤੇ, ਧਿਆਨ ਇਸ ਕਰਕੇ ਹੁਣ ਧਰਿਆ ਹੈ ਕਿ ਜਦੋਂ ਮੈਂ ਅੱਖਾਂ ਬੰਦ ਕਰਦਾ ਹਾਂ ਧਿਆਨ ਧਰਦਾ ਹਾਂ ਤੇ ਮੈਨੂੰ ਤਿੰਨ ਲੋਕਾਂ ਦਾ ਜਿਹੜਾ ਹੈ ਉਹ ਗਿਆਨ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਜੀ। ਹੱਸ ਕੇ ਬੈਠੋ ਲਾਏ ਧਿਆਨ, ਤੇ ਇਸ ਤਰ੍ਹਾਂ ਕਹਿ ਕਰਕੇ ਉਹ ਫਿਰ ਜਿਹੜਾ ਹੈ ਧਿਆਨ ਲਾ ਕੇ ਅੱਖਾਂ ਬੰਦ ਕਰਕੇ ਬੈਠ ਗਿਆ ਹੈ ਜੀ। ਲੋਕ ਦਿਖਾਵਾ ਮਨ ਅਤਮਾਨ, ਲੋਕਾਂ ਨੂੰ ਇਹ ਦਿਖਾਵਾ ਬੜਾ ਹੀ ਮਨ ਕਰਕੇ ਦਿਖਾ ਰਿਹਾ ਸੀ ਜੀ। ਧਨ ਕੋ ਲਾਲਚ ਵਧੇ ਵਧੇਰਾ, ਪਰ ਕਾਰਨ ਵਿੱਚੋਂ ਕੀ ਸੀ ਕਿ ਧਨ ਦਾ ਲਾਲਚ ਜਿਹੜਾ ਸੀ ਇਹਦਾ ਦਿਨ ਬਾ ਦਿਨ ਜਿਹੜਾ ਸੀ ਪਖੰਡ ਕਰਕੇ ਵੱਧਦਾ ਜਾ ਰਿਹਾ ਸੀ ਜੀ। ਜਿਉ ਆਵੇ ਤਿਉ ਚਹੇ ਕਨੇਰਾ, ਜਿਉਂ-ਜਿਉਂ ਧਨ ਆਉਂਦਾ ਜਾਂਦਾ ਸੀ ਤਿਉਂ-ਤਿਉਂ ਲਾਲਚ ਇਹਦਾ ਜਿਹੜਾ ਦੁੱਗਣਾ ਹੁੰਦਾ ਜਾਂਦਾ ਹੈ ਜੀ। ਕੋ ਮਤ ਕਦਨ ਕੋ ਸ੍ਰੀ ਜਗ ਸਾਈ, ਤੇ ਇਹਦੀ ਮਤ ਨੂੰ ਦੂਰ ਕਰਨ ਵਾਸਤੇ ਜਗਤ ਦੇ ਈਸ਼ਰ ਜਗਤ ਦੇ ਸਾਈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਠਾਕਰ ਚੌਂਕੀ ਦੀਨ ਉਡਾਈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਾ ਇਹਦਾ ਹੁਣ ਪਖੰਡ ਜਿਹੜਾ ਸੀ ਉਹ ਪ੍ਰਗਟ ਕਰਨਾ ਸੀ। ਕੀਤਾ ਕਿ ਉਹ ਜਿਹੜਾ ਸਾਲਗ੍ਰਾਮ ਪਿਆ ਸੀ ਜਿਸ ਚੌਂਕੀ ਤੇ ਰੱਖਿਆ ਹੋਇਆ ਸੀ ਤੇ ਨਾਲ ਕੁਝ ਧਨ ਵੀ ਪਿਆ ਹੋਇਆ ਸੀ, ਪੈਸੇ ਜਿਹੜੇ ਇਕੱਠੇ ਹੁੰਦੇ ਸਨ। ਇਹਨੇ ਅੱਖਾਂ ਮੀਟੀਆਂ ਹੋਈਆਂ ਆਪਣੇ ਵੱਲੋਂ ਧਿਆਨ ਦੇ ਵਿੱਚ ਬੈਠਾ ਹੈ ਤੇ ਪਾਤਸ਼ਾਹ ਜੀ ਨੇ ਇਹਦੀ ਚੌਂਕੀ ਵੀ ਇਹਦਾ ਸਾਲਗ੍ਰਾਮ ਵੀ ਤੇ ਇਹ ਜਿਹੜੇ ਉੱਥੇ ਮੁੰਦਰਾਂ ਪਈਆਂ ਸਨ ਪੈਸੇ ਪਏ ਸਨ ਉਹ ਸਾਰਾ ਕੁਝ ਜਿਹੜਾ ਗਾਇਬ ਕਰ ਦਿੱਤਾ ਹੈ ਜੀ। ਏਕ ਮਹੂਰਤ ਬੀਤੇ ਪਾਸੇ, ਜਦੋਂ ਇੱਕ ਪਲ ਜਿਹੜਾ ਸੀ ਉਹ ਬੀਤ ਗਿਆ ਸਮੇਂ ਦਾ ਜੀ। ਵਿਪਰ ਬਿਲੋਕਨ ਲਾਗੋ ਆਸੇ, ਤੇ ਹੁਣ ਉਹ ਪੰਡਤ ਜਿਹੜਾ ਸੀ ਉਹ ਅੱਗੇ ਪਿੱਛੇ ਦੇਖਣ ਲੱਗਾ ਹੈ ਜੀ। ਠਾਕਰ ਚੌਂਕੀ ਜਬੇ ਨਾ ਪਾਈ, ਕੀ ਦੇਖਦਾ ਹੈ? ਨਾ ਉੱਥੇ ਠਾਕੁਰ ਹੈ ਤੇ ਨਾ ਉੱਥੇ ਚੌਂਕੀ ਹੈ ਜੀ। ਕਰਤ ਬਿਰਲਾਪ ਰਹੋ ਕਿ ਗਿਆਈ, ਤੇ ਇੱਕਦਮ ਚਿੰਤਤ ਹੋ ਕਰਕੇ ਨਾ ਬਿਰਲਾਪ ਰੋਣਾ ਸ਼ੁਰੂ ਕਰ ਦਿੱਤਾ ਹੈ ਜੀ। ਚਿੰਤਾ ਕਰਵੇ ਲੋਕਨ ਪੂਛਾ, ਤੇ ਲੋਕੀ ਪੁੱਛਦੇ ਨੇ ਪੰਡਤ ਜੀ ਕਿਹੜੀ ਚਿੰਤਾ ਦੇ ਵਿੱਚ ਪੈ ਗਏ, ਤੁਹਾਨੂੰ ਕਾਹਦਾ ਫਿਕਰ ਹੈ ਜੀ। ਜੀਨੋ ਉਤਰ ਸਭਨੇ ਸੂਸਾ, ਤੇ ਹੁਣ ਜਦੋਂ ਆਤੁਰ ਹੋਇਆ ਫਿਰਦਾ ਹੈ ਕਿ ਮੇਰਾ ਸਾਲਗ੍ਰਾਮ ਕਿੱਥੇ ਗਿਆ, ਮੇਰੀ ਚੌਂਕੀ ਕਿੱਥੇ ਗਈ, ਮੇਰੇ ਪੈਸੇ ਕਿੱਥੇ ਗਏ, ਤੇ ਲੋਕਾਂ ਨੂੰ ਵੀ ਪੁੱਛਣਾ ਕੀਤਾ ਪਰ ਹੁਣ ਸਾਰਿਆਂ ਨੇ ਛੂਛਾ ਕਹਿੰਦੇ ਨੇ ਖਾਲੀ ਨੂੰ, ਭਾਵ ਜਿਹੜੇ ਉੱਤਰ ਕੋਈ ਲੋਕ ਦੇ ਰਹੇ ਨੇ ਉਹ ਖਾਲੀ ਉੱਤਰ ਹੈ। ਪਤਾ ਨਹੀਂ ਕਿਸੇ ਨੂੰ ਲੱਗਦਾ ਕਿ ਸਾਲਗ੍ਰਾਮ ਕਿੱਥੇ ਗਿਆ, ਚੌਂਕੀ ਕਿੱਥੇ ਚਲੀ ਗਈ ਹੈ ਜੀ। ਬੂਝੋ ਪ੍ਰਭੂ ਕਹੋ ਦੇ
ਜਗਾਥਾ। ਤੇ ਕਹਿਣ ਲੱਗੇ ਹਨ ਕਿ ਉਦੋਂ ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹਨ, ਆਂਦੇ ਗੁਰੂ ਜੀ ਨੇ ਪੁੱਛਿਆ, ਹੇ ਬ੍ਰਾਹਮਣ ਜੀ ਕੀ ਹੋ ਗਿਆ ਤੁਹਾਨੂੰ ਜੀ? ਅਬ ਤੂੰ ਹੁਤੋ ਹਰਖ ਕੇ ਸਾਥਾ। ਆ ਥੋੜਾ ਸਮਾਂ ਪਹਿਲਾਂ ਤੇ ਤੂੰ ਬੜਾ ਖੁਸ਼ ਪ੍ਰਤੀਤ ਹੋ ਰਿਹਾ ਸੀ, ਤੇਰੇ ਮਨ ਦੇ ਅੰਦਰ ਬੜਾ ਚਾਓ ਤੇ ਬੜਾ ਜਿਹੜਾ ਸੀ ਖਿਡਾਓ ਸੀ ਜੀ। ਕਿਉਂ ਬੇਬਲ ਬਿਰਲਾਪ ਪੁਕਾਰਾ। ਤੇ ਹੁਣ ਕਿਉਂ ਇੱਕਦਮ ਹੀ ਰੋਣਾ ਸ਼ੁਰੂ ਕਰ ਦਿੱਤਾ ਹੈ ਜੀ? ਤੋ ਕਾਰਜ ਗਾ ਬਿਗੜ ਤੁਮਾਰਾ। ਕੀ ਤੁਹਾਡਾ ਕੋਈ ਪੰਡਤ ਜੀ ਕਾਰਜ ਵਿਗੜ ਗਿਆ ਹੈ? ਤੁਹਾਡਾ ਕੋਈ ਕਾਰਜ ਜਿਹੜਾ ਹੈ ਉਹ ਭੰਗ ਹੋ ਗਿਆ ਹੈ ਜੀ। ਇਹ ਸੰਤੋ ਜੇ ਸਾਲ ਗਰਾਮਾ। ਕਹਿਣ ਲੱਗਾ, ਹੈ ਸੰਤ ਜੀ ਜਿਹੜਾ ਸਾਲ ਗ੍ਰਾਮ ਮੇਰੇ ਸਾਹਮਣੇ ਪਿਆ ਹੋਇਆ ਸੀ, ਕਾਹੂ ਚੁਰਾਏ ਲੀਨ ਅਬਰਾਮਾ। ਉਹ ਸਾਲ ਗ੍ਰਾਮ ਉਹ ਚੌਂਕੀ ਤੇ ਧਨ ਕਿਸੇ ਨੇ ਲੱਗਦਾ ਹੈ ਮੇਰਾ ਚੁਰਾ ਲਿਆ ਹੈ ਜੀ। ਕੇਤ ਕਹੂ ਤੋ ਤਨ ਚੌਂਕੀ ਮਾਹੀ। ਉਸ ਚੌਂਕੀ ਦੇ ਥੱਲੇ ਧਨ ਵੀ ਪਿਆ ਸੀ, ਉਹ ਚੌਂਕੀ ਵੀ ਗਈ, ਸਾਲ ਗ੍ਰਾਮ ਵੀ ਗਿਆ ਤੇ ਧਨ ਵੀ ਕੋਈ ਨਾਲ ਚੁਰਾ ਕੇ ਲੈ ਗਿਆ ਹੈ ਜੀ। ਰਿਓ ਬੋਝ ਕੋ ਦੇਵਤ ਨਾਹੀ। ਮੈਂ ਬੜੇ ਜਾਣਿਆਂ ਨੂੰ ਪੁੱਛਿਆ ਉਹ ਚੌਂਕੀ ਕਿੱਥੇ ਹੈ, ਸਾਲ ਗ੍ਰਾਮ ਕਿੱਥੇ ਹੈ, ਧਨ ਕਿੱਥੇ ਹੈ, ਪਰ ਕਿਸੇ ਨੇ ਕੋਈ ਉੱਤਰ ਨਾ ਦਿੱਤਾ ਜਿਹਦੇ ਨਾਲ ਮੇਰਾ ਜਿਹੜਾ ਹੈ ਨਿਸਤਾਰਾ ਹੋ ਜਾਵੇ। ਕਿਸੇ ਨੂੰ ਨਹੀਂ ਪਤਾ ਲੱਗਦਾ ਉਹ ਕਿੱਥੇ ਗਏ ਹਨ ਜੀ। ਗੁਰੂ ਕਹੇ ਸੁਧ ਤੁਝੇ ਤਿਰਲੋਕੀ। ਹਰਨਾਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਇਹ ਪੰਡਤ ਜੀ ਤੁਹਾਨੂੰ ਤਾਂ ਤਿੰਨਾਂ ਲੋਕਾਂ ਦੀ ਜਿਹੜੀ ਹੈ ਸੋਝੀ ਹੈ। ਅੱਗੇ ਕਿਸ ਤਰ੍ਹਾਂ ਪ੍ਰਸੰਗ ਚੱਲਦਾ ਪਿਆ ਹੈ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ। ਕਿਸ ਤਰ੍ਹਾਂ ਇਸ ਪੰਡਤ ਦਾ ਜਿਹੜਾ ਭਰਮ ਹੈ ਪਖੰਡ ਦੇ ਰੂਪ ਦੇ ਵਿੱਚ ਮੇਰੇ ਮਾਲਕ ਜੀ ਪ੍ਰਗਟ ਕਰਦੇ ਹਨ। ਕਿਸ ਤਰ੍ਹਾਂ ਇਹ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆ ਕਰਕੇ ਗੁਰੂ ਨਾਨਕ ਦਾ ਸਿੱਖ ਸੱਜ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਸਰਵਣ ਕਰੋਗੇ। ਜ਼ਰੂਰੀ ਬੇਨਤੀ 25 ਤਰੀਕ ਨੂੰ ਜੋ ਹੈ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਇਸ ਪਾਵਨ ਪਵਿੱਤਰ ਸਥਾਨਾਂ 'ਤੇ। ਜਿਨ੍ਹਾਂ ਗੁਰੂ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਉਹ ਆਪਣੇ ਨਾਮ ਜਿਹੜੇ ਨੇ ਲਿਖਾ ਸਕਦੇ ਹਨ। ਕੱਲ੍ਹ ਨੂੰ ਐਤਵਾਰ ਦਾ ਦਿਹਾੜਾ ਹੈ। ਹਫ਼ਤਾਵਾਰੀ ਸ਼ਾਮ ਦੇ ਦੀਵਾਨਾਂ ਵਿੱਚ ਸਮਾਗਮ ਸੱਜ ਰਹੇ ਹਨ ਜੀ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਤੋਂ